ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਵਾਹਿਗੁਰੂ ਬੇਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਕ ਓੰਕਾਰ ਸਤਿਗੁਰ ਪ੍ਰਸਾਦ। ਅਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਲਿਖਿਅਤੇ ਦੋਹਰਾ ਏਕੰਕਾਰਾ ਸਤਿਗੁਰੂ ਤੈਂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ 'ਚ ਸਾਹਿਬ ਨੌਵੇਂ ਗੁਰਦੇਵ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ ਸਤਿਗੁਰਾਂ ਦੇ ਪਰਮ ਪਿਆਰ 'ਚ ਪਰੋਤੀ ਹੋਈ ਗੁਰੂ ਰੰਗ 'ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਸਤਿਗੁਰੂ ਜੀ ਦੇ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਸਤਿਗੁਰੂ ਜੀ ਦੀ ਦਇਆ ਸਤਿਗੁਰਾਂ ਦੀ ਕਿਰਪਾ ਵਰਤੀ ਹੈ। ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਲੜੀਵਾਰ ਕਥਾ ਗੁਰੂ ਚਰਨਾਂ ਵਿੱਚ ਆਰੰਭ ਹੋ ਰਹੀ ਹੈ। ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਔਰ ਸੂਰਜ ਪ੍ਰਕਾਸ਼ ਹੈ ਤਾਂ ਇੱਕੋ ਹੀ ਰੂਪ, ਪਰ ਇਹ ਵੱਖੋ ਵੱਖਰੇ ਦੋ ਗ੍ਰੰਥ ਨੇ। ਗੁਰੂ ਨਾਨਕ ਪ੍ਰਕਾਸ਼ ਵਿੱਚ ਕੇਵਲ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਹੈ ਔਰ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚ
ਦੂਸਰੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਔਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਕੁਝ ਵੇਰਵਾ ਤੇ ਇਤਿਹਾਸ ਆਉਂਦਾ। ਇਹ ਜੋ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਹੈ, ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਯਮਨਾ ਨਗਰ ਜਗਾਦਰੀ ਦੇ ਪਾਸ ਬੂੜੀਆ ਨਗਰ ਹੈ, ਕਿਸੇ ਸਮੇਂ ਸਿੱਖ ਰਿਆਸਤ ਰਹੀ ਹੈ। ਬੂੜੀਆ ਨਗਰ ਵਿੱਚ ਮਹਾਰਾਜ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸਕ ਸਥਾਨ ਹੈ। ਉੱਥੇ ਭਾਈ ਸਾਹਿਬ ਜੀ ਰਹਿੰਦੇ ਸੀ ਔਰ ਉੱਥੇ ਰਹਿ ਕੇ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਆਧਾਰ ਬਣਾ ਕੇ ਕਵਿਤਾ ਵਿੱਚ, ਛੰਦਾਂ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਇਸ ਪਵਿੱਤਰ ਇਤਿਹਾਸਕ ਗ੍ਰੰਥ ਨੂੰ ਲਿਖਣਾ ਕੀਤਾ। ਘਰ ਵਿੱਚ ਗਰੀਬੀ ਦਾ ਆਲਮ ਸੀ, ਕਿਉਂਕਿ ਹਰ ਵੇਲੇ ਇਤਿਹਾਸ ਲਿਖਣਾ, ਛੋਟੀ ਜਿਹੀ ਕਿਸੇ ਨੇ ਐਪਲੀਕੇਸ਼ਨ ਲਿਖਣੀ ਹੋਵੇ, ਕਈ ਵਾਰੀ ਸੋਚਦਾ ਤੇ ਕਈ ਵਾਰੀ ਚਿਤਵਦਾ ਕਿਵੇਂ ਲਿਖਾਂ, ਕਿ ਕਈਆਂ ਕੋਲੋਂ ਪੁੱਛਦਾ ਹੈ। ਏਡਾ ਵੱਡਾ ਇਤਿਹਾਸ ਦਾ ਗ੍ਰੰਥ ਲਿਖਣਾ ਸੀ, ਉਹਦੇ ਲਈ ਕਿੰਨਾ ਸਮਾਂ ਭਾਈ ਸਾਹਿਬ ਦਾ ਲੱਗਦਾ ਹੋਣਾ ਹੈ। ਫਿਰ ਕਵਿਤਾ ਦਾ ਖਿਆਲ ਰੱਖਣਾ, ਛੰਦਬੰਦੀ ਦਾ ਖਿਆਲ ਰੱਖਣਾ, ਤੋ ਹਰ ਵੇਲੇ ਇਸ ਇਤਿਹਾਸ ਨੂੰ ਲਿਖਣ ਦੇ ਕਾਰਜ 'ਚ ਲੱਗੇ ਰਹਿਣਾ ਤੇ ਘਰ ਦੇ ਵਿੱਚ ਕਿਰਤ ਵਿਰਤ ਕਰਨ ਦਾ ਕੋਈ ਕੰਮ ਕਰਨ ਵਾਲਾ ਦੂਜਾ ਨਹੀਂ ਸੀ। ਲੰਗਰ ਪ੍ਰਸ਼ਾਦੇ ਵੀ ਘਰ 'ਚ ਮਸਤਾਨੇ ਹੋ ਜਾਣੇ ਤੇ ਕਰਜ਼ਾ ਲੈ ਕੇ ਕਿਸੇ ਰਾਸ਼ਨ ਵਾਲੇ ਕੋਲੋਂ ਰਾਸ਼ਨ ਉਧਾਰਾ ਚੁੱਕ ਲੈਣਾ, ਦੁੱਧ ਵਾਲੇ ਕੋਲੋਂ ਦੁੱਧ। ਉਹਨਾਂ ਕਰਜ਼ਦਾਰਾਂ ਨੇ ਆ ਕੇ ਭਾਈ ਸੰਤੋਖ ਸਿੰਘ ਜੀ ਕੋਲੋਂ ਮੰਗ ਕਰਨੀ ਵੀ ਸਾਡਾ ਕਰਜ਼ਾ ਮੋੜ। ਭਾਈ ਸਾਹਿਬ ਜੀ ਕਹਿੰਦੇ ਹੁਣ ਕਿੱਥੋਂ ਦੇਈਏ, ਕਿਉਂਕਿ ਉਹ ਤਾਂ ਏਡਾ ਵੱਡਾ ਕਾਰਜ ਲਿਖ ਕਰ ਰਹੇ ਸੀ। ਉਹ ਆਪ ਲਿਖਦੇ ਐ, ਕਰਜ਼ਦਾਰ ਠਾਂਡੇ ਦੇਤ ਮੁਖ ਗਾਰ, ਬਿਨਾ ਰੋਜ਼ਗਾਰ ਰੋਜ਼ਗਾਰ ਖਾਈਅਤ ਹੈ। ਕਿ ਕਰਜ਼ਾ ਲੈਣ ਵਾਲੇ ਦਰਵਾਜ਼ੇ ਤੇ ਖਲੋਤੇ ਰਹਿੰਦੇ ਆ, ਰੋਜ਼ਗਾਰ ਮੇਰੇ ਕੋਲ ਕੋਈ ਹੈ ਨਹੀਂ। ਰੋਜ਼ਗਾਰ ਤੋਂ ਬਿਨਾਂ ਹੁਣ ਜਿਨ੍ਹਾਂ ਨੇ ਲੈਣੇ ਹੁੰਦੇ ਉਹ ਤਾਂ ਗਾਲਾਂ ਕੱਢਦੇ ਹੀ ਆ, ਉਹ ਗਾਲਾਂ ਕੱਢਦੇ। ਬੜੇ ਤਿਆਗ ਦੇ ਵਿੱਚ ਰਹਿ ਕੇ ਇਹ ਗ੍ਰੰਥ ਭਾਈ ਸੰਤੋਖ ਸਿੰਘ ਜੀ ਹੋਣਾ ਨੇ ਲਿਖਿਆ। ਕੋਈ ਲਾਲਚ, ਕੋਈ ਸਵਾਰਥ ਨਹੀਂ ਸੀ, ਕੇਵਲ ਭਾਵਨਾ ਸੀ ਗੁਰੂ ਸਾਹਿਬ ਦੀ ਕਥਾ ਲਿਖੀ ਹੈ। ਅੱਜ ਐਸ਼ੋ ਪ੍ਰਸਤੀ ਦੇ ਜੀਵਨਾਂ ਵਿੱਚ ਵਿਚਰਨ ਵਾਲੇ ਲੋਕ ਭਾਈ ਸਾਹਿਬ ਜੀ ਦੀ ਇਸ ਮਹਾਨ ਸੇਵਾ ਦੇ ਉੱਤੇ ਕਿੰਤੂ ਪਰੰਤੂ ਕਰਦੇ ਹੈ। ਭਾਈ ਸਾਹਿਬ ਨੇ ਕੋਈ ਨਿੱਜੀ ਸਵਾਰਥ ਜਾਂ ਕੋਈ ਵਡਿਆਈ ਦੀ ਕਾਂਖਾ ਜਾਂ ਕੋਈ ਇੱਛਾ ਰੱਖ ਕੇ ਨਹੀਂ ਲਿਖਿਆ, ਕੇਵਲ ਗੁਰੂ ਸਾਹਿਬ ਜੀ ਨਾਲ ਪ੍ਰੇਮ ਸੀ, ਭਾਵਨਾ ਸੀ ਕਿ ਸਤਿਗੁਰਾਂ ਨੇ ਵਿਦਿਆ ਦੀ ਦਾਤ ਦਿੱਤੀ ਹੈ, ਇਹ ਸਫਲੀ ਹੋਵੇ, ਗੁਰੂ ਸਾਹਿਬ ਦੀ ਕਥਾ ਲਿਖੀ ਹੈ। ਤਾਂ ਉੱਥੇ ਬਹਿ ਕੇ ਭਾਈ ਸਾਹਿਬ ਨੇ ਗ੍ਰੰਥ ਲਿਖਿਆ। ਜਿਹੜਾ ਸੂਰਜ ਪ੍ਰਕਾਸ਼ ਗ੍ਰੰਥ ਹੈ ਉਹ ਕੈਂਥਲ ਰਹਿ ਕੇ ਲਿਖਿਆ। ਜੋ ਅੱਜ ਇਹ ਕਥਾ ਆਰੰਭ ਹੋ ਰਹੀ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼, ਇਹ ਤਕਰੀਬਨ 10-11 ਮਹੀਨੇ ਸਾਲ ਦੇ ਨੇੜੇ ਸਮਾਂ ਲੱਗਦਾ ਹੈ। ਗੁਰੂ ਨਾਨਕ ਸਾਹਿਬ ਦੀ ਕਥਾ ਦਾ ਇਤਿਹਾਸ ਜਿਹੜਾ ਲੰਮੇਰਾ ਇਤਿਹਾਸ ਹੈ। ਆਪਾਂ ਅਰਦਾਸ ਕੱਲ ਕੀਤੀ ਹੈ ਗੁਰੂ ਚਰਨਾਂ 'ਚ, ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਸਾਰਿਆਂ ਦਾ ਧੰਨਵਾਦ ਵੀ ਹੈ ਕਿ ਸੰਗਤ ਨੇ ਆਪਣਾ ਉਤਸ਼ਾਹ ਵਿਅਕਤ ਕੀਤਾ ਹੈ, ਪ੍ਰਗਟ ਕੀਤਾ ਹੈ ਤੇ ਵਕਤਿਆਂ ਅੰਦਰ ਵੀ ਚਾਅ ਉਤਪੰਨ ਹੁੰਦਾ ਹੈ ਰੀਝ ਕੇ ਗੁਰੂ ਸਾਹਿਬ ਦੀ ਕਥਾ ਸਰਵਣ ਕਰਵਾਈਏ। ਬਾਰ-ਬਾਰ ਇਸ ਇਤਿਹਾਸ ਨੂੰ ਪੜ੍ਹ ਕੇ, ਸੁਣ ਕੇ, ਬਾਰ-ਬਾਰ ਗੁਰੂ ਸਾਹਿਬ ਜੀ ਦੇ ਇਤਿਹਾਸ ਵਿੱਚੋਂ ਪ੍ਰੇਰਨਾ ਮਿਲਦੀ ਹੈ। ਸੁਰਤ ਹੋਰ ਸੂਖਮ ਤੇ ਮਹੀਨ ਹੁੰਦੀ ਚਲੀ ਜਾਂਦੀ ਹੈ, ਕਿਉਂਕਿ ਮੇਰਾ ਸਾਹਿਬ ਨੇਤੀ ਨਵਾਂ ਹੈ, ਉਹ ਕਦੇ ਪੁਰਾਣਾ ਨਹੀਂ ਹੁੰਦਾ। ਸਾਹਿਬ ਮੇਰਾ ਨੀਤ ਨਵਾਂ, ਉਹ ਨੇਤੀ ਨਵਾਂ ਹੈ। ਰੋਜ਼ ਪੜੋ ਜਪਜੀ ਸਾਹਿਬ, ਕਦੇ ਨਹੀਂ ਲੱਗਦਾ ਵੀ ਕੱਲ ਵੀ ਪੜ੍ਹਿਆ ਸੀ। ਨੇਤੀ ਨਵਾਂ ਗੁਰੂ ਸਾਹਿਬ ਦੀ ਇਹ ਪਾਵਨ ਕਥਾ ਜਿੰਨੀ ਵਾਰੀ ਸੁਣੀਏ, ਜਿੰਨੀ ਵਾਰੀ ਪੜ੍ਹੀਏ, ਓਨੀ ਵਾਰੀ ਨਵੀਂ ਪ੍ਰਤੀਤ ਹੁੰਦੀ ਹੈ। ਓਨੀ ਵਾਰੀ ਏਦਾਂ ਲੱਗਦਾ ਪਹਿਲੀ ਵਾਰੀ ਸੁਣ ਰਹੇ ਹਾਂ, ਪਹਿਲੀ ਵਾਰੀ ਕਥਾ ਕਰ ਰਹੇ ਹਾਂ। ਮਹਾਰਾਜ ਜੀ ਦਾ ਇਹ ਪਾਵਨ ਇਤਿਹਾਸ ਵੀ ਨਿਤ ਨਵਾਂ ਹੈ।
ਸਰੀਰ ਪਾਸੋਂ ਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਨੇ। ਇਹ 6ਵੀਂ ਕਥਾ ਇਸ ਸਥਾਨ ਤੇ ਪ੍ਰਾਰੰਭ ਹੋ ਰਹੀ ਹੈ। 5 ਕਥਾਵਾਂ ਗੁਰੂ ਸਾਹਿਬ ਜੀ ਨੇ ਆਪ ਦਇਆ ਕਰਕੇ ਇਸ ਸਰੀਰ ਕੋਲੋਂ ਸੇਵਾ ਲਈ ਹੈ। 6ਵੀਂ ਕਥਾ ਮਹਾਰਾਜ ਜੀ ਨੇ ਪ੍ਰਾਰੰਭ ਕਰਾਈ, ਅੱਗੇ ਸਤਿਗੁਰਾਂ ਦੀ ਰਜਾ ਹੈ। ਆਓ ਮਨ ਵਿਰਤੀਆਂ ਇਕਾਗਰ ਕਰਕੇ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਦਾ ਧਿਆਨ ਹਿਰਦਿਆਂ 'ਚ ਵਸਾਈਏ। ਹਾਜ਼ਰੀਆਂ ਲਵਾਉਂਦੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਥ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਲਿਖਿਅਤੀ। ਮੰਗਲਾਚਰਨ ਕਰਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਮੰਗਲ ਸਤਿਗੁਰਾਂ ਨੇ ਕੀਤਾ, ਜਿਤਨੇ ਵੀ ਆਸਥਾਵਾਨ ਪ੍ਰਮਾਤਮਾ ਦੀ ਹੋਂਦ ਨੂੰ ਮੰਨਣ ਵਾਲੇ ਵਿਦਵਾਨ ਨੇ, ਉਹ ਜਦੋਂ ਵੀ ਕੁਝ ਲਿਖਦੇ ਆ ਪਹਿਲਾਂ ਆਪਣੇ ਮਾਲਕ ਦਾ, ਆਪਣੇ ਇਸ਼ਟ ਦਾ ਮੰਗਲ ਕਰਦੇ ਨੇ। ਉਹਨੂੰ ਵੇਖ ਕੇ ਜਿਹੜੇ ਪੜ੍ਹਨ ਵਾਲੇ ਨੇ ਉਹ ਪੜ੍ਹਦੇ ਹਨ ਕਿ ਵੀ ਮੰਗਲ ਹੋਇਆ, ਇਹ ਰੱਬ ਨੂੰ ਮੰਨਦਾ, ਇਹਨੂੰ ਪੜ੍ਹਨਾ ਚਾਹੀਦਾ। ਪੜ੍ਹਨ ਵਾਲਿਆਂ ਨੂੰ ਸੰਕੇਤ ਮਿਲ ਜਾਂਦਾ। ਅੱਜ ਕੱਲ੍ਹ ਸਾਡੇ ਬਹੁਤ ਸਾਰੇ ਸਿੱਖ ਚਿੰਤਕ ਵਿਦਵਾਨ ਬਹੁਤ ਸਾਰੀਆਂ ਪੁਸਤਕਾਂ ਲਿਖਦੇ ਹੈ, ਭਾਵੇਂ ਕਿ ਉਹ ਧਰਮ ਦੇ ਸੰਬੰਧ 'ਚ ਲਿਖਦੇ ਨੇ, ਗੁਰੂ ਸਾਹਿਬ ਦੇ ਸੰਬੰਧ 'ਚ ਲਿਖਦੇ ਨੇ, ਗੁਰੂ ਗ੍ਰੰਥ ਸਾਹਿਬ ਦੇ ਸੰਬੰਧ 'ਚ ਲਿਖਦੇ ਨੇ, ਪਰ ਉਹਨਾਂ ਪੁਸਤਕਾਂ ਦੇ ਪ੍ਰਾਰੰਭ ਵਿੱਚ ਕਿਤੇ ਵੀ ਉਹ ਮੰਗਲਾਚਰਨ ਨਹੀਂ ਕਰਦੇ। ਕਿਉਂਕਿ ਜਿਹੜੇ ਪੱਛਮ ਦੇ ਫਿਲਾਸਫਰ ਨੇ ਉਹ ਇਦਾਂ ਹੀ ਲਿਖਦੇ ਆ, ਕਿਉਂਕਿ ਰੱਬ ਦੀ ਹੋਂਦ ਤੋਂ ਮੁਨਕਰ ਨੇ। ਉਹਨਾਂ ਦੀ ਰੀਸ ਕਰਕੇ ਇਹਨਾਂ ਨੇ ਆਪਣੀ ਜਿਹੜੀ ਪੁਰਾਤਨ ਪਰੰਪਰਾ ਹੈ ਵਿਦਵਾਨਾਂ ਦੀ, ਲਿਖਾਰੀਆਂ ਦੀ, ਉਹ ਪਰੰਪਰਾ ਛੱਡ ਦਿੱਤੀ ਹੈ। ਚਾਹੀਦਾ ਹੈ ਕਿ ਪਹਿਲਾ ਮੰਗਲ ਜ਼ਰੂਰ ਲਿਖਣਾ ਚਾਹੀਏ, ਕਿ ਜਿਸ ਦੀ ਕਿਰਪਾ ਨਾਲ ਲਿਖਿਆ ਜਾ ਰਿਹਾ ਉਹਨੂੰ ਯਾਦ ਕਰਨਾ ਚਾਹੀਏ। ਤੋ ਇੱਥੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲ, ਇੱਕ ਅਦੁੱਤੀ, ਜਿਸ ਵਰਗਾ ਕੋਈ ਦੂਜਾ ਨਹੀਂ ਹੈ। ਇੱਕ ਕਹਿਣ ਨਾਲ ਜਿਹੜੀ ਦਵੈਤ ਹੈ ਉਹ ਆਪਣੇ ਆਪ ਨਸ ਜਾਂਦੀ ਹੈ। ਏਕ ਪਿਤਾ ਏਕਸ ਕੇ ਹਮ ਬਾਰਕ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਕ ਮਹਾਂਪੁਰਸ਼ ਏਦਾਂ ਕਹਿੰਦੇ ਵੀ ਸਜਾਤੀ, ਵਿਜਾਤੀ ਤੇ ਸਾਬਗਤ, ਇਹਨਾਂ ਤਿੰਨਾਂ ਭੇਦਾਂ ਤੋਂ ਜਿਹੜਾ ਰਹਿਤ ਹੋਵੇ ਉਹਨੂੰ ਕਹਿੰਦੇ ਨੇ ਇੱਕ। ਸਜਾਤੀ, ਵਿਜਾਤੀ ਤੇ ਸਾਬਗਤ। ਇੱਕ ਬ੍ਰਾਹਮਣ ਦਾ ਦੂਜਾ ਬ੍ਰਾਹਮਣ ਸਜਾਤੀ ਹੈ, ਇੱਕ ਬ੍ਰਾਹਮਣ ਹੈ ਦੂਜਾ ਕਸ਼ਤਰੀ ਹੈ, ਸ਼ੂਦਰ ਹੈ, ਵੈਸ਼ ਹੈ, ਉਹਨੂੰ ਵਿਜਾਤੀ ਭੇਦ ਕਹਿੰਦੇ ਆ। ਤੀਸਰਾ ਹੁੰਦਾ ਸਾਬਗਤ ਭੇਦ, ਇੱਕੋ ਸਰੀਰ ਵਿੱਚ ਭੇਦ ਹੋਣਾ। ਆਹ ਉਂਗਲਾਂ ਨੇ, ਆਹ ਹੱਥ ਹੈ, ਸਰੀਰ ਇੱਕੋ ਹੀ ਹੈ ਪਰ ਨਾਮ ਸਰੀਰ ਦੇ ਅੰਗਾਂ ਦੇ ਵੱਖੋ ਵੱਖਰੇ, ਉਹ ਸਾਬਗਤ ਭੇਦ ਹੈ। ਪਰਮਾਤਮਾ ਵਰਗਾ ਕੋਈ ਪਰਮਾਤਮਾ ਦਾ ਸਜਾਤੀ ਨਹੀਂ ਹੈ, ਨਾ ਹੀ ਉਹਦੇ ਤੋਂ ਉਲਟ ਕੋਈ ਉਹਦਾ ਵਿਜਾਤੀ ਹੈ। ਇਸ ਕਰਕੇ ਉਹ ਇੱਕ ਹੈ। ਸਾਬਗਤ ਭੇਦ ਵੀ ਨਹੀਂ ਕਿ ਇਹ ਆਖੀਏ ਵੀ ਇਹ ਪ੍ਰਮਾਤਮਾ ਦੀਆਂ ਅੱਖਾਂ ਨੇ, ਨਿਰਾਕਾਰ ਸਰੂਪ 'ਚ ਉਹਦੀਆਂ ਆਹ ਬਾਹਾਂ ਨੇ, ਇਹ ਸਾਬਗਤ ਭੇਦ ਵੀ ਉਹਦੇ 'ਚ ਨਹੀਂ ਹੈ। ਇਸ ਕਰਕੇ ਉਹਨੂੰ ਕਹਿੰਦੇ ਨੇ ਇੱਕ ਓੰਕਾਰ। ਓੰਕਾਰ ਦਾ ਮਤਲਬ ਹੈ ਜਿਹੜਾ ਸਾਰਿਆਂ ਦਾ ਪ੍ਰਕਾਸ਼ ਕਰਨ ਵਾਲਾ, ਸਭ ਦਾ ਪ੍ਰਕਾਸ਼ਕ, ਉਤਪਤੀ ਕਰਦਾ, ਪਾਲਣਾ ਕਰਦਾ ਤੇ ਸੰਹਾਰ ਕਰਦਾ। ਆ ਓ ਮਾ, ਤਿੰਨ ਮਾਤਰਾਵਾਂ ਨਿਕਲਦੀਆਂ ਨੇ, ਰਜੋਗੁਣ, ਤਮੋਗੁਣ ਤੇ ਸਤੋਗੁਣ। ਇਹਨਾਂ ਤਿੰਨਾਂ ਦੇ ਜਿਹੜੇ ਅਧਿਸ਼ਠਾਨ ਦੇਵਤੇ ਨੇ, ਬ੍ਰਹਮਾ ਵਿਸ਼ਨੂੰ ਮਹੇਸ਼,
ਇਹਨਾਂ ਤਿੰਨਾਂ ਨੂੰ ਜਿਹੜਾ ਪੈਦਾ ਕਰਨ ਵਾਲਾ ਹੈ ਉਹ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਓੰਕਾਰ ਸੰਸਕ੍ਰਿਤ ਦਾ ਅਵ ਧਾਤੂ ਉਹਦੇ ਤੋਂ ਬਣਿਆ। ਉਹਦਾ ਮਤਲਬ ਹੈ ਰੱਖਿਆ ਕਰਨ ਵਾਲਾ, ਰੱਖਿਅਕ, ਕਿਉਂਕਿ ਧਾਤੂਆਂ ਤੋਂ ਸ਼ਬਦ ਬਣਦੇ ਨੇ ਸੰਸਕ੍ਰਿਤ ਦੇ। ਅਵ ਧਾਤੂ ਤੋਂ ਬਣਿਆ ਓੰਕਾਰ, ਉਹਦਾ ਮਤਲਬ ਹੈ ਰੱਖਿਆ ਕਰਨ ਵਾਲਾ, ਰਕਸ਼ਕ, ਜੋ ਸਾਰਿਆਂ ਦੀ ਰੱਖਿਆ ਕਰਦਾ। ਉਚਾਰਣੇ ਮਾਤਰ ਸੇ ਰੱਖਿਆ ਕਰੇ, ਉਹਨੂੰ ਕਹਿੰਦੇ ਨੇ ਓੰਕਾਰ। ਜਦੋਂ ਰਸਨਾ ਤੋਂ ਕਹੀਏ ਇੱਕ ਓੰਕਾਰ ਤਾਂ ਉਚਾਰਣੇ ਮਾਤਰ ਨਾਲ ਹੀ ਉਹ ਸਾਡੀ ਰੱਖਿਆ ਕਰਦਾ ਹੈ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਨਾਲ ਤਿਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਮੰਗਲਾਚਰਨ ਕਰਕੇ ਕਹਿੰਦੇ ਅਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਲਿਖਿਆ। ਤੇ ਹੁਣ ਮੈਂ ਸ੍ਰੀ ਗੁਰੂ ਨਾਨਕ ਪ੍ਰਕਾਸ਼, ਗੁਰੂ ਨਾਨਕ ਸਾਹਿਬ ਦੀ ਕਥਾ, ਗੁਰੂ ਨਾਨਕ ਸਾਹਿਬ ਦਾ ਇਤਿਹਾਸ, ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਲਿਖਣ ਲੱਗਾ ਹਾਂ। ਦੋਹਰਾ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਜੋ ਇੱਕ ਓੰਕਾਰ ਰੂਪ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਹੈ, ਉਹਦੀ ਕਿਰਪਾ ਦੇ ਨਾਲ ਹੀ ਸੱਚ ਸਰੂਪ ਦੀ ਪ੍ਰਾਪਤੀ ਹੁੰਦੀ। ਉਹਦੀ ਕਿਰਪਾ ਹੋਵੇ, ਸਤਿਗੁਰ ਪ੍ਰਸਾਦ, ਉਸੇ ਦੀ ਵਿਆਖਿਆ ਹੈ ਪੰਕਤੀ। ਜੋ ਇੱਕ ਅਕਾਲ ਪੁਰਖ ਪਰਮੇਸ਼ਰ ਸੱਚ ਸਰੂਪ ਹੈ, ਉਹਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ, ਸਤਿਗੁਰਾਂ ਦੀ ਕਿਰਪਾ ਦੇ ਨਾਲ ਹੁੰਦੀ ਹੈ। ਵਾਹਿਗੁਰੂ ਜੀ ਕੀ ਫਤਿਹ। ਵਿਗਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਾਹੇ ਨਾਮ ਅਚਰਜ ਦਾ ਹੈ, ਗੁਰੂ ਨਾਮ ਹਨੇਰੇ ਚੋਂ ਕੱਢ ਕੇ ਪ੍ਰਕਾਸ਼ ਕਰਨ ਵਾਲੇ ਦਾ ਹੈ। ਜੋ ਹਨੇਰੇ ਚੋਂ ਕੱਢ ਕੇ ਪ੍ਰਕਾਸ਼ ਕਰ ਦੇਵੇ ਉਹਨੂੰ ਕਹਿੰਦੇ ਨੇ ਗੁਰੂ। ਵਾਹੇ ਗੁਰੂ। ਵਾਹੇ ਨਾਮ ਅਚਰਜ ਦਾ ਹੈ, ਗੋ ਨਾਮ ਹਨੇਰੇ ਦਾ ਹੈ, ਰੂਹ ਨਾਮ ਪ੍ਰਕਾਸ਼ ਦਾ ਹੈ। ਜੋ ਪ੍ਰਕਾਸ਼ ਕਰ ਦੇਣ ਵਾਲਾ ਹੈ, ਔਰ ਉਹਦਾ ਜਦੋਂ ਉਚਾਰਨ ਕਰੀਏ, ਰਸਨਾ ਤੋਂ ਕਹੀਏ ਸਤਨਾਮ ਸ੍ਰੀ, ਤਾਂ ਉਚਾਰਨੇ ਨਾਲ ਸਾਰੇ ਵਿਘਨਾਂ ਦਾ ਵਿਨਾਸ਼ ਹੋ ਜਾਂਦਾ। ਵਿਘਨ ਵਿਨਾਸ਼ਨ ਸੋਏ, ਉਹ ਵਿਘਨਾਂ ਦਾ ਵਿਨਾਸ਼ ਕਰਨ ਵਾਲਾ ਹੈ। ਇਸ਼ਟ ਦੇਵ ਅਕਾਲ ਪੁਰਖ ਦਾ ਮੰਗਲ। ਦੋਹਰਾ ਸਰਬ ਵਿਆਪੀ ਨਿਤ ਨਯੋ ਸਤ ਚਿਤ ਆਨੰਦ ਰੂਪ। ਵਾਹਿਗੁਰੂ ਅਕਾਲ ਪੁਰਖ ਜੀ ਦਾ ਮੰਗਲ ਕਰਦੇ ਹਨ ਭਾਈ ਸੰਤੋਖ ਸਿੰਘ ਜੀ। ਕਹਿੰਦੇ ਜੋ ਸਤ ਹੈ, ਚੇਤਨ ਹੈ, ਆਨੰਦ ਸਰੂਪ ਹੈ, ਵਿਆਪਕ ਹੈ, ਔਰ ਨਿਤ ਨਵਾਂ ਹੈ। ਨਿਤ ਨਯੋ, ਨਿਤ ਹੀ ਨਇਆ ਹੈ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਸਾਹਿਬ ਮੇਰਾ ਨੀਤ ਨਵਾਂ। ਇੱਥੇ ਇਹੋ ਜਿਹੇ ਸਰੀਰ ਵੀ ਹਨ ਜਿਨ੍ਹਾਂ ਨੇ ਪਾਵਨ ਕਥਾ ਕਈ ਵਾਰੀ ਸੁਣ ਲਈ ਹੈ, ਔਰ ਕਈ ਸਾਲਾਂ ਤੋਂ ਸੁਣਦੇ ਆ ਰਹੇ ਨੇ। ਉਹਨਾਂ ਨੂੰ ਪੁੱਛੀਏ ਕਿ ਹੁਣ ਅੱਕ ਗਿਆ ਹੋਵੇਗਾ ਮਨ? ਕਹਿੰਦੇ ਨਹੀਂ। ਬਾਰ-ਬਾਰ ਸੁਣਨ ਨਾਲ ਸਤਿਗੁਰਾਂ ਪ੍ਰਤੀ ਪ੍ਰੇਮ ਉਤਪੰਨ ਹੁੰਦਾ ਔਰ ਨਿਤ ਨਵਾਂ ਹੀ ਲੱਗਦਾ ਹੈ। ਮੇਰੇ ਸਾਹਿਬ ਦਾ ਜਿਹੜਾ ਸਰੂਪ ਹੈ ਅਕਾਲ ਪੁਰਖ ਦਾ, ਉਹ ਨਿਤ ਹੀ ਨਵਾਂ ਹੈ। ਉਹ ਕਦੇ ਵੀ ਪੁਰਾਣਾ ਤੇ ਜੀਰਣ ਨਹੀਂ ਹੁੰਦਾ। ਇਹੋ ਜਿਹੇ ਸਰੂਪ ਨੂੰ ਮੇਰੀ ਨਮਸਕਾਰ ਹੈ। ਮੋਰ ਮੈਂ ਪ੍ਰਗਟੋ ਸਦਾ ਜੋ ਚਰ ਅਚਰ ਅਨੂਪ। ਜੋ ਚਰ, ਚਰ ਕਹਿੰਦੇ ਨੇ ਚੇਤਨ ਨੂੰ, ਜਿਹੜੀਆਂ ਤੁਰਨ ਫਿਰਨ ਵਾਲੀਆਂ ਚੀਜ਼ਾਂ ਨੇ। ਅਚਰ ਜਿਹੜੀਆਂ ਜੜ ਚੀਜ਼ਾਂ ਨੇ, ਆ ਜਿਵੇਂ ਪੱਥਰ ਦੀਆਂ ਸਿਲਾਵਾਂ ਪਈਆਂ ਹੋਈਆਂ, ਇਹ ਜੜ ਨੇ। ਤੁਰਨ ਫਿਰਨ ਵਾਲੇ ਜੀਵ ਜੰਤੂ ਨੇ ਸਾਰੇ, ਉਹਨਾਂ ਨੂੰ ਚਰ ਕਹਿੰਦੇ ਆ। ਚਰ ਔਰ ਅਚਰ, ਜੜ ਔਰ ਚੇਤਨ ਦੇ ਵਿੱਚ ਜੋ ਵਿਆਪਕ ਹੈ, ਉਹਨੂੰ ਬੇਨਤੀ ਕਰਦਿਆਂ ਕਹਿੰਦੇ, ਹੇ ਪ੍ਰਭੂ ਕਿਰਪਾ ਕਰੋ, ਮੇਰੇ ਹਿਰਦੇ ਵਿੱਚ ਤੁਸੀਂ ਆਪਣਾ ਆਪ ਸਾਖਸ਼ਾਤਕਾਰ ਕਰੋ। ਮੇਰੇ ਹਿਰਦੇ ਵਿੱਚ ਤੁਸੀਂ ਆਪਣਾ ਆਪ ਸਾਖਸ਼ਾਤਕਾਰ ਕਰੋ। ਹਾਂਜੀ। ਸਵਈਆ ਅੰਗ ਪਰਮਾਤਮ ਆਤਮ ਭੂ ਪਦਮਾਪਤ ਪੰਚ ਖਤੰਗ ਆਰਾਤੀ। ਅੰਗ ਪਰਮਾਤਮਾ, ਅੰਗ
ਇੱਕ, ਜੋ ਇੱਕ ਪਰਮਾਤਮਾ ਹੈ, ਪਰਮਾਤਮ ਸਵਰੂਪ ਹੈ, ਔਰ ਜੋ ਸਾਰਿਆਂ ਵਿੱਚ ਵਿਆਪਕ, ਸਭ ਤੋਂ ਪਹਿਲੀ ਆਤਮਾ ਜਿਹਦੇ ਤੋਂ ਸਾਰੇ ਸੰਸਾਰ ਦੇ ਜੀਵ ਪੈਦਾ ਹੋਏ, ਉਹਨੂੰ ਕਹਿੰਦੇ ਨੇ ਪਰਮਾਤਮ। ਪਰਮਾਤਮਾ ਉਹਨੂੰ ਹੀ ਕਹਿੰਦੇ ਆ ਨਾ, ਸਭ ਤੋਂ ਪਹਿਲਾਂ ਜੋ ਸੀ, ਜੋ ਇੱਕ ਹੈ। ਉਸ ਨੂੰ ਆਤਮ ਭੂ ਕਹਿੰਦੇ ਨੇ ਬ੍ਰਹਮਾ। ਬ੍ਰਹਮਾ ਪਦਮਾਪਤ ਕਹਿੰਦੇ ਨੇ ਵਿਸ਼ਨੂੰ ਨੂੰ। ਪੰਚ ਖਤੰਗ ਅਰਾਤੀ, ਜਿਹਦੇ ਕੋਲ 5 ਖਤੰਗ ਤੀਰ ਨੇ। 5 ਤੀਰਾਂ ਵਾਲਾ ਕੌਣ ਹੈ? ਕਾਮਦੇਵ। ਕਾਮਦੇਵ ਦਾ ਅਰਾਤੀ, ਅਰਾਤੀ ਕਹਿੰਦੇ ਨੇ ਦੁਸ਼ਮਣ ਨੂੰ। ਕੌਣ ਹੈ ਦੁਸ਼ਮਣ ਕਾਮਦੇਵ ਦਾ? ਸ਼ਿਵ ਜੀ। ਕਹਿੰਦੇ ਬ੍ਰਹਮਾ, ਵਿਸ਼ਨੂੰ ਔਰ ਸ਼ਿਵ ਜੀ ਜਿਸ ਉਸ ਇੱਕ ਪਾਰ ਬ੍ਰਹਮ ਪਰਮਾਤਮਾ ਨੂੰ ਨਮਸਕਾਰ ਕਰਦੇ ਨੇ, ਕਹਿੰਦੇ ਉਸ ਪਰਮ ਸਤ ਪਰਮਾਤਮਾ ਨੂੰ ਮੇਰੀ ਵੀ ਨਮਾਮ ਹੈ, ਜਿਸ ਨੂੰ ਬ੍ਰਹਮਾ, ਵਿਸ਼ਨੂੰ ਔਰ ਮਹੇਸ਼ ਵੀ ਪੂਜਦੇ ਤੇ ਧਿਆਉਂਦੇ ਹਨ। ਵਾਯੂ ਵਿਨਾਇਕ ਵਾਯੂ ਸਖਾ, ਬਨ ਰਾਏ ਬ੍ਰਿਖਾ ਬ੍ਰਿਖ ਸੈਲਨ ਪਾਤੀ। ਵਾਯੂ ਵਿਨਾਇਕ ਕਹਿੰਦੇ ਨੇ ਗਣੇਸ਼ ਜੀ ਨੂੰ, ਗਣੇਸ਼। ਵਾਯੂ ਸਖਾ, ਹਵਾ ਜਿਸ ਦੀ ਸਖਾ ਹੋਵੇ। ਵੇਖੋ ਭਾਈ ਸਾਹਿਬ ਨੇ ਜਿਹੜੇ ਮੰਗਲ ਲਿਖੇ ਨੇ ਨਾ ਗੁਰੂ ਨਾਨਕ ਪ੍ਰਕਾਸ਼ ਦੇ, ਇਹ ਮੰਗਲ ਬੜੇ ਕਮਾਲ ਦੇ। ਇੱਥੋਂ ਪਤਾ ਲੱਗਦਾ ਕਿ ਮਹਾਂਕਵੀ ਜੀ ਦੀ ਵਿਦਿਆ, ਉਹਨਾਂ ਦੀ ਕਾਵਿ ਲਿਖਣ ਦੀ ਸ਼ੈਲੀ, ਉਹ ਕਿਤਨੇ ਮਾਰਤੰਡ ਵਿਦਵਾਨ ਸਨ, ਉਹ ਮੰਗਲਾਂ ਤੋਂ ਪਤਾ ਲੱਗਦਾ। ਕਵਿਤਾ ਵੀ ਉਹਨਾਂ ਦੀ ਕਿਤਨੀ ਰਸ ਵਾਲੀ, ਭਰਪੂਰ ਸ਼ਰਧਾ ਨਾਲ ਭਰੀ ਹੋਈ ਔਰ ਵਿਦਵਤਾ ਨਾਲ ਭਰੀ ਹੋਈ। ਵੇਖੋ ਹੁਣ ਇੱਥੇ ਵਾਯੂ ਸਖਾ, ਵਾਯੂ ਹਵਾ ਮਿੱਤਰ ਕਿਹਦੀ ਹੁੰਦੀ ਹੈ? ਅੱਗ ਦੀ। ਅੱਗ ਕਦੋਂ ਬਲਦੀ ਆ, ਮੱਚਦੀ ਕਦੋਂ ਆ? ਜਦੋਂ ਹਵਾ ਆਵੇ ਉਦੋਂ ਮੱਚ ਜਾਂਦੀ ਹੈ ਨਾ। ਇਸ ਕਰਕੇ ਵਾਯੂ ਸਖਾ, ਵਾਯੂ ਜਿਸ ਦੀ ਸਖਾ ਹੈ ਉਹ ਅਗਨੀ ਦੇਵ। ਫਿਰ ਬਨ ਰਾਏ, ਜਿੰਨੇ ਵੀ ਇਹ ਬਾਗ ਬਗੀਚੇ ਨੇ, ਇਹਨਾਂ ਦੇ ਵਿੱਚ ਜਿਹੜੀ ਬ੍ਰਿਖਾ ਬ੍ਰਿਖ ਦਰਖਤ ਵਗੈਰਾ ਹਨ, ਉਹਨਾਂ ਸਾਰਿਆਂ ਬਾਗਾਂ ਦੇ ਵਿੱਚ ਜਿਹੜੀ ਬਨ ਰਾਏ, ਉਹਨਾਂ ਦਾ ਜਿਹੜਾ ਰਾਜਾ ਹੈ। ਸੈਲ ਨਪਾਤੀ, ਪਹਾੜਾਂ ਨੂੰ ਤੋੜਨੇ ਵਾਲਾ। ਪਹਾੜਾਂ ਨੂੰ ਕੌਣ ਤੋੜਦਾ? ਇੰਦਰ। ਉਹਦੇ ਕੋਲ ਵਜਰ ਇੱਕ ਸ਼ਸਤਰ ਹੈ, ਉਹ ਜਦੋਂ ਪਹਾੜਾਂ ਤੇ ਮਾਰਦਾ, ਪਹਾੜਾਂ ਦਾ ਚੂਰਮਾ ਬਣਾ ਦਿੰਦਾ। ਕਹਿੰਦੇ ਉਹ ਜਿਹੜਾ ਇੰਦਰ ਹੈ, ਉਹ ਵੀ ਉਸ ਪਾਰ ਬ੍ਰਹਮ ਪਰਮੇਸ਼ਰ ਨੂੰ ਪੂਜਦੇ ਨੇ। ਇਹ ਵੀ ਦੇਵਤੇ ਉਸ ਪਰਮਾਤਮਾ ਨੂੰ ਧਿਆਉਂਦੇ ਹਨ। ਸਿਰਿ ਦੈ ਸੂਰ ਸਸੀ ਉਡ ਅੰਤਕ, ਮਾਨਵ ਦਾਨਵ ਦੇਵ ਸੰਘਾਤੀ। ਸਿਰੀ ਦਹਿ ਕਹਿੰਦੇ ਨੇ ਕੁਬੇਰ ਨੂੰ। ਕੁਬੇਰ ਧਨ ਦਾ ਦੇਵਤਾ। ਸੂਰਜ, ਚੰਦਰਮਾ, ਤਾਰੇ। ਅੰਤਕ ਕਹਿੰਦੇ ਨੇ ਜਮਰਾਜ ਨੂੰ, ਜਿਹੜਾ ਸਾਰਿਆਂ ਦਾ ਅੰਤ ਕਰੇ ਉਹਨੂੰ ਜਮਰਾਜ। ਅੰਤਕ। ਮਾਨਵ, ਮਨੁੱਖ, ਦਾਨਵ, ਦੈਂਤ, ਦੇਵ ਦੇਵਤੇ ਜਿੰਨੇ ਵੀ ਨੇ, ਉਹਨਾਂ ਦੇ ਨਾਲ ਰਹਿਣ ਵਾਲੇ ਜਿਹੜੇ ਉਹਨਾਂ ਦੇ ਸੰਗਾਤੀ ਸੰਗੀ ਹਨ। ਬੰਧਨ ਤਾ ਕਰ ਬੰਧਨ ਕੈ ਨਿਤ, ਆਨੰਦ ਕੰਦ ਮੁਕੰਦ ਜਿਖਿਆਤੀ। ਉਹ ਸਾਰੇ ਜਿਨ੍ਹਾਂ ਦਾ ਉੱਪਰ ਜ਼ਿਕਰ ਕੀਤਾ, ਕਹਿੰਦੇ ਸਾਰੇ ਹੱਥ ਜੋੜ ਕੇ ਉਸ ਨਿਤ ਆਨੰਦ ਸਰੂਪ ਪਰਮਾਤਮਾ ਨੂੰ ਬੰਦਨਾ ਕਰਦੇ ਨੇ। ਐਸੇ ਪਰਮਾਤਮਾ ਨੂੰ ਬੰਦਨਾ ਕਰਦੇ ਨੇ ਜਿਹੜਾ ਪਰਮਾਤਮਾ ਆਨੰਦ ਦਾ ਮੂਲ ਹੈ। ਆਨੰਦ ਦਾ ਕੰਦ ਕਹਿੰਦੇ ਨੇ ਮੂਲ। ਆਨੰਦ ਦਾ ਜੋ ਮੂਲ ਹੈ ਉਹਨੂੰ ਬੰਦਨਾ ਕਰਕੇ ਕਹਿੰਦੇ ਨੇ, ਹੇ ਮੁਕਤੀ ਦਾਤਾ, ਸਾਨੂੰ ਵੀ ਮੁਕਤੀ ਪ੍ਰਦਾਨ ਕਰੋ। ਇਹ ਸਾਰੇ ਜਿੰਨੇ ਵੀ ਉੱਪਰ ਜ਼ਿਕਰ ਕੀਤਾ, ਇਹ ਉਸ ਅਕਾਲ ਪੁਰਖ ਅੱਗੇ ਆਨੰਦ ਸਰੂਪ ਪ੍ਰਮਾਤਮਾ ਅੱਗੇ ਹੱਥ ਜੋੜ ਕੇ ਬੰਦਨਾ ਕਰਕੇ ਕਹਿੰਦੇ, ਹੇ ਮੁਕਤੀ ਦਾਤਾ, ਕਿਰਪਾ ਕਰੋ, ਸਾਨੂੰ ਵੀ ਮੋਕਸ਼ ਪ੍ਰਦਾਨ ਕਰੋ। ਇਸ਼ਟ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮੰਗਲ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਹੁਣ ਮਹਾਰਾਜ ਜੀ ਇਸ਼ਟ ਗੁਰੂ ਨੇ ਨਾ, ਸਾਡੇ ਸਾਰਿਆਂ ਦੇ ਇਸ਼ਟ ਨੇ ਗੁਰੂ ਨਾਨਕ ਸਾਹਿਬ। ਮਾਂ ਕਵੀ ਜੀ ਅਕਾਲ ਪੁਰਖ ਦਾ ਮੰਗਲ ਕਰਕੇ ਹੁਣ ਆਪਣੇ ਇਸ਼ਟ ਗੁਰੂ ਗੁਰੂ ਨਾਨਕ ਸਾਹਿਬ ਦਾ ਮੰਗਲ ਕਰਦੇ ਆ, ਜਿਨ੍ਹਾਂ ਦੀ ਕਥਾ ਲਿਖਣੀ ਹੈ। ਤੋ 10 ਪਾਤਸ਼ਾਹੀਆਂ ਦੇ ਮੰਗਲ ਕਰਨੇ ਨੇ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਮੰਗਲ ਕਰਕੇ ਆਰਾਧਦੇ ਨੇ। ਸੁਣੋ ਭਾਈ। ਦੋਹਰਾ ਸ਼੍ਰੀ ਨਾਨਕ ਪੁਰਸ਼ੋਤਮ,
ਪਰਮ ਪਰਾਵਰ ਨਾਥ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮਹਾਨ ਪੁਰਸ਼ੋਤਮ, ਪੁਰਸ਼ੋਤਮੰ ਦਾ ਮਤਲਬ ਉੱਤਮ ਪੁਰਸ਼, ਮਹਾਨ ਵਿਅਕਤੀ। ਤਬ ਜਿਤਨੇ ਵੀ ਸੰਸਾਰ ਦੇ ਵਿੱਚ ਉੱਤਮ ਪੁਰਖ ਹੋਏ ਨੇ, ਕਹੇ ਜਾਂਦੇ ਨੇ, ਉਹਨਾਂ ਸਾਰਿਆਂ ਵਿੱਚੋਂ ਪੁਰਸ਼ੋਤਮ ਉੱਤਮ ਪੁਰਖ ਧੰਨ ਗੁਰੂ ਨਾਨਕ ਸਾਹਿਬ ਹਨ। ਪਰਮ ਸ੍ਰੇਸ਼ਟ ਨੇ। ਪਰਾਵਰਨਾਥ, ਜਦੋਂ ਪਰਾਵਰਨਾਥ ਦੀ ਬਾਤ ਆਉਂਦੀ ਹੈ ਤਾਂ ਦ੍ਰਿਸ਼ ਤੇ ਅਦ੍ਰਿਸ਼ ਦੋਵੇਂ ਗੱਲਾਂ ਆ ਜਾਂਦੀਆਂ। ਇੱਕ ਆ ਦ੍ਰਿਸ਼ ਮੰਡਲ ਹੈ, ਇੱਕ ਅਦ੍ਰਿਸ਼ ਜੋ ਨਹੀਂ ਦਿਸਦਾ ਸਾਨੂੰ। ਦ੍ਰਿਸ਼ ਤੇ ਅਦ੍ਰਿਸ਼ ਯਾਨੀ ਕਿ ਜਿਤਨੇ ਵੀ ਇਹਦੇ ਵਿੱਚ ਨਾਥ ਕਹੇ ਜਾਂਦੇ ਨੇ, ਉਹਨਾਂ ਸਾਰਿਆਂ ਸ਼ਕਤੀਆਂ ਦੇ ਨਾਥ, ਅਦ੍ਰਿਸ਼ ਤੇ ਦ੍ਰਿਸ਼ ਵਿੱਚ ਜੋ ਵੀ ਨਾਥ ਕਹੇ ਜਾਂਦੇ ਨੇ, ਉਹਨਾਂ ਸਾਰਿਆਂ ਨਾਥਾਂ ਦੇ ਨਾਥ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਹਨ। ਸਤਿ ਸ੍ਰੀ ਅਕਾਲ। ਹਾਂਜੀ। ਯੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਯੁਗਲ ਕਹਿੰਦੇ ਨੇ ਦੋ। ਜਦੋਂ ਯੁਗ ਸ਼ਬਦ ਵਰਤਿਆ ਜਾਂਦਾ, ਯੁਗ ਦੋ, ਯੁਗਲ ਦੋਵੇਂ। ਮੈਂ ਦੋਵੇਂ ਚਰਨ ਗੁਰੂ ਸਾਹਿਬ ਜੀ ਦੇ ਜੋ ਹਨ, ਗੁਰੂ ਨਾਨਕ ਸਾਹਿਬ ਦੇ ਯੁਗਲ ਚਰਨ, ਗੁਰੂ ਨਾਨਕ ਸਾਹਿਬ ਦੇ ਦੋਨਾਂ ਚਰਨਾਂ ਤੇ ਮਮ ਬੰਦਨਾ, ਮੇਰੀ ਨਮਸਕਾਰ ਹੈ, ਵੰਦਨਾ ਹੈ। ਕਿਵੇਂ ਕਰਦਾ ਹਾਂ? ਧਰ ਪਰ ਧਰ ਕਰ ਮਾਥ, ਜ਼ਮੀਨ ਦੇ ਉੱਤੇ ਸਿਰ ਧਰ ਕੇ, ਮੱਥਾ ਟੇਕ ਕੇ ਗੁਰੂ ਨਾਨਕ ਸਾਹਿਬ ਦੇ ਦੋਨਾਂ ਚਰਨਾਂ ਨੂੰ ਮੈਂ ਪ੍ਰਣਾਮ ਕਰਦਾ ਹਾਂ, ਨਮਸਕਾਰ ਕਰਦਾ ਹਾਂ। ਸਵਈਆ ਬਰ ਚਾਰ ਪਦਾਰਥ ਦਾ ਬਰ, ਚਾਰ ਵਿਚਾਰ ਕੁਮੂਰ ਉਧਾਰ ਸੁਹਾਵੇ। ਬਰ ਚਾਰ ਪਦਾਰਥ ਦਾ ਬਰ, ਚਾਰ ਵਿਚਾਰ ਕੁਮੂਰ ਉਧਾਰ ਸੁਹਾਵੇ। ਆਹਾ, ਸ੍ਰੇਸ਼ਟ ਚਾਰ ਪਦਾਰਥਾਂ ਦੇ ਦਾਤੇ। ਚਾਰ ਪਦਾਰਥ ਕਿਹੜੇ ਨੇ? ਧਰਮ, ਅਰਥ, ਕਾਮ, ਮੋਕਸ਼। ਇਹ ਦੁਨੀਆ ਦੇ ਹਰ ਇੱਕ ਪ੍ਰਾਣੀ ਨੂੰ ਚਾਹੀਦੇ ਨੇ। ਤੁਸੀਂ ਆਖੋਗੇ ਜਿਨ੍ਹਾਂ ਦਾ ਕੋਈ ਧਰਮ ਨਹੀਂ ਹੈ, ਆ ਜਿਹੜੇ ਰੱਬ ਨੂੰ ਨਹੀਂ ਮੰਨਦੇ ਨਾਸਤਕ, ਉਹ ਨਾਸਤਕ ਧਰਮ ਤਾਂ ਹੈ, ਉਹ ਵੀ ਤਾਂ ਧਰਮ ਹੀ ਹੈ ਨਾ ਜੋ ਉਹਨਾਂ ਨੇ ਧਾਰਨ ਕੀਤਾ। ਜੋ ਧਾਰਨ ਕੀਤਾ ਜਾਏ ਉਸ ਨੂੰ ਧਰਮ ਕਹਿੰਦੇ। ਉਹਨਾਂ ਨੇ ਨਾਸਤਕਤਾ ਧਾਰਨ ਕੀਤੀ ਹੋਈ ਹੈ। ਅਰਥ ਲੋੜ ਦੀਆਂ ਚੀਜ਼ਾਂ, ਕਾਮ ਸੰਸਾਰ ਦੀ ਉਤਪਤੀ ਕਰਦਾ, ਔਰ ਕਾਮਨਾ ਮਨ 'ਚ ਜਿਹਦੇ ਕਾਮਨਾ ਨਾ ਹੋਵੇ ਉਹ ਕਿਵੇਂ ਜੀਵੇ? ਕਾਮਨਾ। ਫਿਰ ਮੁਕਤੀ ਵੀ ਸਾਰਿਆਂ ਨੂੰ ਚਾਹੀਦੀ ਹੈ। ਦੁੱਖ ਦੀ ਨਿਵਰਤੀ ਔਰ ਸੁੱਖ ਦੀ ਪ੍ਰਾਪਤੀ ਦੀ ਇੱਛਾ ਦਾ ਨਾਮ ਹੈ ਮੁਕਤੀ। ਤੋ ਇਹ ਜਿਹੜੇ ਚਾਰ ਸ੍ਰੇਸ਼ਟ ਪਦਾਰਥ ਦੇ, ਇਹਨਾਂ ਸ੍ਰੇਸ਼ਟ ਚਾਰ ਪਦਾਰਥਾਂ ਦੇ ਦਾਤੇ ਨੇ ਗੁਰੂ ਨਾਨਕ ਸਾਹਿਬ। ਚਾਰਾਂ ਦੇ ਦਾਤੇ ਨੇ। ਫਿਰ ਬਰ ਚਾਰ ਵਿਚਾਰ ਕੋ ਮੂਰ ਉਦਾਰ ਸੁਹਾਵੈ। ਫਿਰ ਜਿਹੜੀ ਸ੍ਰੇਸ਼ਟ ਸੁੰਦਰ ਵਿਚਾਰ ਹੈ, ਚਾਰ ਵਿਚਾਰ ਕੋ ਮੂਰ ਉਦਾਰ ਸੁਹਾਵੈ, ਜਿਹੜੀ ਸ੍ਰੇਸ਼ਟ ਵਿਚਾਰ, ਉਸ ਵਿਚਾਰ ਦੇ ਮੂਲ ਨੇ ਗੁਰੂ ਨਾਨਕ ਸਾਹਿਬ। ਆਪਣਿਆਂ ਸੇਵਕਾਂ ਨੂੰ ਚੰਗੀ ਤੇ ਸੁਹਿਰਦ ਤੇ ਸ੍ਰੇਸ਼ਟ ਵਿਚਾਰ ਪ੍ਰਦਾਨ ਕਰਦੇ ਨੇ। ਔਰ ਉਦਾਰ ਕਿਤਨੇ ਨੇ? ਕਿ ਇਤਨਾ ਦਿੰਦੇ ਨੇ ਕਿ ਅੰਤ ਹੀ ਕੋਈ ਨਹੀਂ। ਇਤਨੀ ਉਦਾਰਤਾ, ਔਰ ਉਦਾਰਤਾ ਨਾਲ ਸੁੰਦਰ ਤੇ ਸੋਹਣੀਆਂ ਵਿਚਾਰਾਂ ਆਪਣੇ ਸੇਵਕਾਂ ਨੂੰ ਗਿਆਨ ਦੇ ਸਹਿਤ ਸੰਪੰਨ ਕਰਦੇ ਹਨ, ਬਣਾਉਂਦੇ ਹਨ। ਉਪਕਾਰ ਸਖਾ ਸੁਖ ਕਾਰ ਸਦਾ, ਤਮ ਪਾਰ ਕਰੇ ਔਰ ਮੋਹ ਬਸ ਜਾਵੇ। ਔਰ ਜਿਵੇਂ ਕੋਈ ਮਿੱਤਰ ਨਹੀਂ ਉਪਕਾਰ ਕਰਦਾ ਹੁੰਦਾ, ਏਦਾਂ ਸਖਾ ਬਣ ਕੇ, ਮਿੱਤਰ ਬਣ ਕੇ ਸਤਿਗੁਰੂ ਜੀ ਆਪਣਿਆਂ ਸੇਵਕਾਂ ਦੇ ਉੱਤੇ ਉਪਕਾਰ ਕਰਦੇ ਨੇ ਔਰ ਉਹਨਾਂ ਨੂੰ ਸੁਖ ਦਿੰਦੇ ਨੇ। ਸੁਖਕਾਰ, ਸੁਖ ਦੇਣ ਵਾਲੇ ਨੇ ਸਦਾ ਹੀ। ਤਮ ਪਾਰ ਕਰੈ, ਤਮ ਨਾਮ ਹਨੇਰੇ ਦਾ, ਗਿਆਨਤਾ ਦਾ ਜਿਹੜਾ ਹਨੇਰਾ ਹੈ, ਉਹਦੇ ਵਿੱਚੋਂ ਸਤਿਗੁਰੂ ਜੀ ਉਹਨਾਂ ਸੇਵਕਾਂ ਨੂੰ ਬਾਹਰ ਕੱਢ ਲੈਂਦੇ ਨੇ। ਪੁੱਛਿਆ ਜੀ ਕਿਹਨਾਂ ਨੂੰ ਕੱਢਦੇ ਨੇ ਹਨੇਰੇ ਚੋਂ ਬਾਹਰ? ਔਰ ਮੋਹ ਬਸ ਜਾਵੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹਦੇ ਹਿਰਦੇ 'ਚ ਗੁਰੂ ਨਾਨਕ ਸਾਹਿਬ ਵਸ ਜਾਂਦੇ ਨੇ, ਉਹਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਬਾਹ ਫੜ ਕੇ ਬਾਹਰ ਕੱਢ ਲੈਂਦੇ ਹੈ।
ਜਿਹਦੇ ਹਿਰਦੇ ਵਿੱਚ ਵਸ ਜਾਂਦੇ ਨੇ ਗੁਰੂ ਨਾਨਕ ਸਾਹਿਬ, ਉਹਨੂੰ ਹਨੇਰੇ ਵਿੱਚੋਂ, ਅਗਿਆਨਤਾ ਤੇ ਅਵਿਦਿਆ ਦੇ ਹਨੇਰੇ ਵਿੱਚੋਂ ਬਾਹਰ ਕੱਢ ਲੈਂਦੇ ਹਨ। ਅਗ ਜਾਲਨ ਤੇ ਜਮ ਜਾਲਨ ਤੇ ਕਲ ਕਾਲਨ ਤੇ ਤਤ ਕਾਲ ਛੁਟਾਵੇਂ। ਅਗ ਜਾਲਨ ਤੇ ਪਾਪਾਂ ਦੇ ਜਾਲਾਂ ਤੋਂ, ਅਗ ਨਾਮ ਪਾਪਾਂ ਦਾ ਹੈ। ਫਿਰ ਜਮ ਜਾਲਨ ਤੇ ਜਮ ਜਾਲ, ਜਮਾਂ ਦੇ ਜਾਲਾਂ ਤੋਂ। ਕਲ ਕਾਲਨ ਤੇ ਜਿਹੜੇ ਕਲਯੁਗ ਦੇ ਪਾਪ ਨੇ ਤਿਨਾਂ ਤੋਂ। ਤਤਕਾਲ ਛੁਟਾਵੇਂ। ਗੁਰੂ ਨਾਨਕ ਸਾਹਿਬ ਤਾਤਕਾਲ ਹੀ ਬਾਂਹ ਫੜ ਕੇ ਛਡਾ ਲੈਂਦੇ, ਪਾਪਾਂ ਤੋਂ ਵੀ, ਜੰਮਾਂ ਤੋਂ ਵੀ, ਕਲਯੁਗ ਦੇ ਪਾਪਾਂ ਤੋਂ ਵੀ ਆਪਣਿਆਂ ਸੇਵਕਾਂ ਨੂੰ ਗੁਰੂ ਨਾਨਕ ਸਾਹਿਬ ਛੁਡਾ ਲੈਂਦੇ ਨੇ। ਐਸੇ ਦਿਆਲੂ ਨੇ। ਵੇਖੋ ਕੱਤਕ ਦਾ ਮਹੀਨਾ ਆਰੰਭ ਹੋਇਆ, ਇਹ ਮਹੀਨੇ 'ਚ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਿਆ, ਪ੍ਰਕਾਸ਼ ਧਾਰਿਆ। ਔਰ ਗੁਰੂ ਸਾਹਿਬ ਦੀ ਦਇਆ ਨਾਲ ਦੇਵ ਨੇਤ ਕੋਈ ਆਪਣੀ ਧਾਰਨਾ ਨਹੀਂ ਸੀ। ਇਸੇ ਮਹੀਨੇ 'ਚ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਦੀ ਕਥਾ ਆਰੰਭ ਹੋਈ ਹੈ। ਤੋ ਕਹਿੰਦੇ ਸਤਿਗੁਰੂ ਜੀ ਬਾਂਹ ਫੜ ਕੇ ਆਪਣਿਆਂ ਸੇਵਕਾਂ ਨੂੰ ਪਾਪਾਂ ਤੋਂ, ਜੰਮਦਿਆਂ ਜਾਲਾਂ ਤੋਂ ਬਚਾ ਲੈਂਦੇ ਨੇ, ਛੁਡਾ ਲੈਂਦੇ ਹਨ। ਅਰਬਿੰਦ ਬਿਕੇ ਗੁਣ ਇਹ ਸਭ ਹੋਏ, ਤਬੇ ਉਪਮਾ ਪਗ ਸ਼੍ਰੀ ਗੁਰ ਪਾਵੇਂ। ਕਹਿੰਦੇ ਲੋਕ ਕਹਿੰਦੇ ਆ ਵੀ ਮਹਾਂਪੁਰਸ਼ਾਂ ਦੇ ਚਰਨਾਂ ਨੂੰ ਵੇਖ ਕੇ ਕਹਿੰਦੇ ਕਮਲ ਦੇ ਸਮਾਨ ਨੇ। ਕਹਿੰਦੇ ਜੇ ਕਮਲ ਦੇ ਫੁੱਲ 'ਚ ਆ ਜਿਹੜੇ ਉੱਤੇ ਗੁਣ ਦੱਸੇ ਨੇ ਸਾਰੇ, ਇਹ ਗੁਣ ਹੋਣ ਕਮਲ ਦੇ ਫੁੱਲ ਵਿੱਚ, ਫੇਰ ਆਪਾਂ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਚਰਨ ਕਮਲ ਦੇ ਫੁੱਲ ਵਰਗੇ ਨੇ। ਪਰ ਇਹ ਜਿੰਨੀਆਂ ਖੂਬੀਆਂ ਉੱਪਰ ਦਸੀਆਂ ਨੇ, ਚਾਰ ਪਦਾਰਥ ਦੇਣ ਦੀਆਂ ਦਾਤਾਂ, ਵਿਚਾਰਾਂ ਦਾ ਮੂਲ, ਬਖਸ਼ਿਸ਼ ਕਰਨ ਵਾਲੇ ਸੁਖ, ਇਹ ਕੇਵਲ ਤਾਂ ਕੇਵਲ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚੋਂ ਪ੍ਰਾਪਤ ਹੁੰਦਾ ਹੈ। ਕਮਲ ਦੇ ਫੁੱਲ ਦੇ ਵਿੱਚ ਇਹ ਸਾਰੇ ਗੁਣ ਨਹੀਂ ਹਨ। ਭਾਵੇਂ ਕਹਿ ਦਿੰਨੇ ਆ ਚਰਨ ਕਮਲ, ਪਰ ਕਮਲ ਦੇ ਫੁੱਲ ਵਿੱਚ ਇਹ ਸਾਰੀਆਂ ਖੂਬੀਆਂ ਨਹੀਂ ਕਿ ਇਹਨਾਂ ਚਰਨਾਂ ਨੂੰ ਕਮਲ ਦੇ ਫੁੱਲ ਦੀ ਉਪਮਾ ਦੇ ਕੇ ਕਿਹਾ ਜਾ ਸਕੇ ਕਿ ਗੁਰੂ ਨਾਨਕ ਸਾਹਿਬ ਦੇ ਚਰਨ ਕਮਲ ਦੇ ਫੁੱਲ ਵਾਂਗੂ ਹਨ। ਇਸ਼ਟ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਮੰਗਲ ਦੋਹਰਾ। ਸ਼੍ਰੀ ਅੰਗਦ ਕੰਦਨ ਬਿਗਨ ਬਦਨ ਸੁਮੰਗਲ ਸਾਲ। ਰਹਿਣ ਕੁਲ ਸਿਰ ਮੋਰ ਬਾਬਾ ਫੇਰੂ ਨੰਦਨ, ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਟੂਰ। ਜਗਤ ਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਮੰਗਲ ਕਰਦੇ। ਗੁਰੂ ਅੰਗਦ ਦੇਵ ਸਾਹਿਬ ਕੰਦਨ ਬਿਗਨ, ਵਿਘਨਾਂ ਦਾ ਨਾਸ਼ ਕਰਨ ਵਾਲੇ ਨੇ। ਬਦਨ ਸੁਮੰਗਲ ਸਾਲ, ਮਹਾਰਾਜ ਜੀ ਦਾ ਚਿਹਰਾ ਖੁਸ਼ੀਆਂ ਦਾ ਘਰ ਹੈ। ਸਾਲ ਕਹਿੰਦੇ ਨੇ ਘਰ ਨੂੰ। ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰੀਏ, ਕਹਿੰਦੇ ਉੱਥੋਂ ਦਰਸ਼ਨ ਕਰਦਿਆਂ, ਚਿਹਰੇ ਦੇ ਦਰਸ਼ਨ ਕਰਦਿਆਂ ਹੀ ਸਾਰੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ। ਗੁਰੂ ਅੰਗਦ ਸਾਹਿਬ ਦਾ ਸਰੂਪ, ਮਹਾਰਾਜ ਜੀ ਦਾ ਚਿਹਰਾ, ਉਹ ਮੰਗਲ ਖੁਸ਼ੀਆਂ ਦਾ ਘਰ ਹੈ। ਜਿਹੜਾ ਵੇਖ ਲੈ, ਜਿਹੜਾ ਦਰਸ਼ਨ ਕਰ ਲਵੇ, ਤਦੇ ਸੱਤੇ ਬਲਵੰਡ ਨੇ ਕਿਹਾ ਦਰਸ਼ਨ ਪਰਸਿਆ ਗੁਰੂ ਕੈ ਜਨਮ, ਭੱਟਾ ਨੇ ਕਿਹਾ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਤੇ ਸੱਤੇ ਬਲਵੰਡ ਨੇ ਆਖਿਆ ਹੋਵੇ ਸਿਫਤ ਕਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਦੁੱਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ। ਇਹ ਗੁਰੂ ਅੰਗਦ ਸਾਹਿਬ ਦੀ ਸਿਫਤ ਵਿੱਚ ਕਹੇ ਨੇ ਬੋਲ। ਮਹਾਰਾਜ ਤੁਹਾਡਾ ਚਿਹਰਾ ਖੁਸ਼ੀਆਂ ਦਾ ਮੂਲ ਹੈ। ਜਦੋਂ ਦਰਸ਼ਨ ਕਰੀਏ ਤੇ ਦਰਸ਼ਨ ਕਰਨ ਦੇ ਨਾਲ ਹੀ ਸਾਰੀਆਂ ਖੁਸ਼ੀਆਂ, ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ। ਪਰਨ ਸ਼ਰਨ ਕਰ ਚਰਨ ਕੋ, ਨਮਸਕਾਰ ਧਰ ਪਾਲ। ਮਹਾਰਾਜ ਜੀ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਪੈ ਕੇ, ਆਸਰਾ ਤੱਕ ਕੇ, ਤੁਹਾਡੇ ਚਰਨਾਂ ਦਾ ਪਰਨਾ ਲੈ ਕੇ, ਆਸਰਾ ਲੈ ਕੇ, ਮਹਾਰਾਜ ਮੈਂ ਜ਼ਮੀਨ ਤੇ ਤੁਹਾਡੇ ਚਰਨਾਂ ਤੇ ਸਿਰ ਧਰ ਕੇ, ਹੈ ਗੁਰੂ ਅੰਗਦ ਸਾਹਿਬ ਜੀ, ਆਪ ਜੀ ਨੂੰ ਨਮਸਕਾਰ ਕਰਦਾ ਹਾਂ, ਆਪ ਜੀ ਦੇ ਚਰਨਾਂ ਤੇ ਪ੍ਰਣਾਮ ਕਰਦਾ ਹਾਂ ਕਿ ਇਹ ਜੋ ਪਾਵਨ ਕਥਾ ਮੈਂ ਲਿਖਣ ਲੱਗਾ ਹਾਂ, ਇਹ ਪਾਵਨ ਕਥਾ ਤੁਸੀਂ ਆਪ ਕਿਰਪਾ ਕਰਕੇ ਮੇਰੇ ਕੋਲੋਂ ਕਰਵਾ ਲਿਓ, ਲਿਖਵਾ ਲਿਓ। ਸਵਈਆ ਪਾਸ ਪਰਾਗ ਸੀ ਸੋਹਤ ਸੁੰਦਰ,
ਗੰਧ ਸੀ ਕੀਰਤ ਮਦ ਬਸਾਨਾ। ਹੁਣ ਕਮਲ ਦੇ ਫੁੱਲ ਤੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੀ ਉਪਮਾ ਕਮਲ ਦੇ ਫੁੱਲ ਨਾਲ ਦਿੰਦੇ ਆ, ਪਰ ਕਮਲ ਦੇ ਫੁੱਲ ਨਾਲੋਂ ਵਧੇਕ ਖੇਡ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੀ ਕਲਾ ਹੈ, ਉਹ ਵੀ ਦੱਸਣਗੇ। ਕਮਲ ਦੇ ਫੁੱਲ ਦੇ ਉੱਤੇ ਕੀ ਹੁੰਦਾ? ਪਰਾਗ, ਪੀਲੇ ਪੀਲੇ ਜਿਹੇ ਰੰਗ ਦਾ ਨਿੱਕਾ ਨਿੱਕਾ ਜਿਹਾ ਪਰਾਗ ਜਿਹਦੇ ਨਾਲ ਉਹ ਖਿੜਦਾ ਵਿੱਚ ਹੁੰਦਾ। ਉਹਦੇ ਚ ਕਮਲ ਦੇ ਫੁੱਲ ਚ ਦੂਜਾ ਜਿੱਥੇ ਪਰਾਗ ਹੁੰਦਾ ਦੂਜੀ ਹੁੰਦੀ ਹੈ ਉਹਦੇ ਚ ਸੁਗੰਧੀ। ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਤੁਹਾਡੇ ਜੋ ਪਵਿੱਤਰ ਚਰਨ ਹਨ, ਉਹਨਾਂ ਚਰਨਾਂ ਦੇ ਨਾਲ ਜਿਹੜੇ ਤੁਸੀਂ ਚੱਲ ਰਹੇ ਹੋ ਗੁਰੂ ਨਾਨਕ ਸਾਹਿਬ ਦੇ ਦੱਸੇ ਰਾਹ ਦੇ ਉੱਤੇ, ਗੁਰੂ ਨਾਨਕ ਸਾਹਿਬ ਦੇ ਦੱਸੇ ਮਾਰਗ ਤੇ ਚੱਲ ਰਹੇ ਹੋ, ਔਰ ਜਦੋਂ ਚੱਲਦੇ ਹੋ ਤੇ ਤੁਹਾਡੇ ਚਰਨਾਂ ਦੇ ਉੱਤੇ ਜ਼ਮੀਨ ਦੇ ਵਿੱਚੋਂ ਉੱਡੀ ਹੋਈ ਮਿੱਟੀ ਜੰਮਦੀ ਹੈ। ਹੇ ਗੁਰੂ ਅੰਗਦ ਸਾਹਿਬ, ਉਹ ਤੁਹਾਡੇ ਚਰਨ ਕਮਲਾਂ ਦੇ ਉੱਤੇ ਲੱਗਾ ਹੋਇਆ ਪਰਾਗ ਹੈ, ਚਰਨ ਧੂੜੀ। ਫਿਰ ਮਹਾਰਾਜ ਜੀ ਜਿਹੜੀ ਤੁਹਾਡੀ ਕੀਰਤੀ ਹੈ, ਗੁਰੂ ਅੰਗਦ ਸਾਹਿਬ ਦੀ ਜਿਹੜੀ ਸੋਭਾ ਹੈ, ਉਹ ਕੀਰਤੀ ਦੀ ਸੁਗੰਧੀ ਗੁਰੂ ਅੰਗਦ ਸਾਹਿਬ ਦੇ ਚਰਨ ਕਮਲਾਂ ਦੇ ਵਿੱਚ ਬਿਰਾਜਮਾਨ ਹੈ। ਮਹਾਰਾਜ ਜੀ ਦੀ ਜਿਹੜੀ ਕੀਰਤੀ ਦੀ ਸੁਗੰਧ ਹੈ, ਜਿਵੇਂ ਕਮਲ ਦੇ ਫੁੱਲ 'ਚ ਸੁਗੰਧੀ ਹੁੰਦੀ ਹੈ, ਏਦਾਂ ਗੁਰੂ ਅੰਗਦ ਸਾਹਿਬ ਦੇ ਚਰਨ ਕਮਲਾਂ ਵਿੱਚ ਮਹਾਰਾਜ ਜੀ ਦੀ ਕੀਰਤੀ ਦੀ ਸੁਗੰਧੀ ਜਿਹੜੀ ਆ ਉਹ ਵਸਦੀ ਹੈ। ਕੋਮਲਤਾ ਕੋਮਲਤਾ ਇੱਕ ਸੀ, ਨਿਰਲੇਪਤਾ ਸੀ ਨਿਰਲੇਪ ਸਮਾਨਾ। ਕਮਲ ਦਾ ਫੁੱਲ ਕੋਮਲ ਬੜਾ ਹੁੰਦਾ, ਬੜਾ ਕੋਮਲ ਕੂਲਾ ਜਿਹਾ, ਉਹਦੀਆਂ ਪੰਖੜੀਆਂ ਬੜੀਆਂ ਨਰਮ ਹੁੰਦੀਆਂ। ਕਹਿੰਦੇ ਜਿਵੇਂ ਕਮਲ ਦੇ ਫੁੱਲ ਦੀ ਕੋਮਲਤਾ, ਏਦਾਂ ਗੁਰੂ ਅੰਗਦ ਸਾਹਿਬ ਦੇ ਚਰਨ ਵੀ ਕੋਮਲ ਨੇ। ਕੋਮਲਤਾ ਇੱਕੋ ਜੀ ਹੈ, ਕੋਮਲਤਾ ਵਿੱਚ ਕੋਈ ਫਰਕ ਨਹੀਂ ਹੈ। ਮਹਾਰਾਜ ਗੁਰੂ ਅੰਗਦ ਸਾਹਿਬ ਦੇ ਚਰਨ ਵੀ ਕੋਮਲ ਨੇ, ਔਰ ਕਮਲ ਦਾ ਫੁੱਲ ਵੀ ਕੋਮਲ ਹੈ। ਨਰਲੇਪ ਤਾਸੀ ਨਰਲੇਪ ਸਮਾਨਾ। ਕਮਲ ਦਾ ਫੁੱਲ ਵੀ ਨਰਲੇਪ ਹੈ, ਪਾਣੀ 'ਚ ਉੱਪਰ ਰਹਿੰਦਾ। ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਦੇ ਚਰਨ ਵੀ ਨਰਲੇਪ ਨੇ, ਇੱਕ ਸਮਾਨ ਹੋ ਗਏ ਦੋਵੇਂ। ਹਾਂਜੀ, ਜੋ ਪਾਵ ਪੂਰ ਪਰਾਸਰ ਸੀ, ਤਿਸ ਤੇ ਨਿਤ ਊਰਦ ਸੋ ਬਿਗਸਾਨਾ। ਥੱਲੇ ਪਾਣੀ ਭਰਿਆ ਹੋਵੇ ਨਾ ਤੇ ਕਮਲ ਦਾ ਫੁੱਲ ਉਹਦੇ ਤੋਂ ਉੱਪਰ ਨਿਕਲ ਕੇ ਖਿੜਦਾ, ਉਹਦੇ ਵਿੱਚ ਨਹੀਂ ਰਹਿੰਦਾ ਥੱਲੇ ਪਾਣੀ 'ਚ, ਉੱਪਰ ਨੂੰ ਚੜ ਕੇ। ਏਦਾਂ ਜਿਹੜੇ ਸੰਸਾਰ ਦੇ ਰਸ ਨੇ, ਉਹਨਾਂ ਰਸਾਂ ਤੋਂ ਗੁਰੂ ਅੰਗਦ ਸਾਹਿਬ ਉੱਪਰ ਉੱਠ ਕੇ ਖਿੜੇ ਹੋਏ ਨੇ, ਸੰਸਾਰ ਦੇ ਰਸਾਂ ਵਿੱਚ ਨਹੀਂ ਹਨ। ਸੰਸਾਰ ਦੇ ਰਸਾਂ ਤੋਂ ਉੱਪਰ ਉੱਠ ਕੇ ਖੇੜੇ ਵਿੱਚ ਖਿੜੇ ਹੋਏ ਨੇ ਗੁਰੂ ਅੰਗਦ ਸਾਹਿਬ ਜੀ। ਹੈ ਅਰਬਿੰਦ ਸੇ ਅੰਗਦ ਕੇ ਪਗ, ਮੋਖਦ ਏਕ ਬਿਸ਼ੇਖਤਾ ਜਾਨਾ। ਕਹਿੰਦੇ ਗੁਰੂ ਅੰਗਦ ਸਾਹਿਬ ਦੇ ਚਰਨ ਕਮਲ ਦੇ ਫੁੱਲ ਦੇ ਸਮਾਨ ਜ਼ਰੂਰ ਨੇ, ਪਰ ਕਮਲ ਦੇ ਫੁੱਲ ਨਾਲੋਂ ਵੱਧ ਵਿਸ਼ੇਸ਼ਤਾ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੀ ਹੈ। ਉਹ ਕਿਹੜੀ? ਕਮਲ ਦਾ ਫੁੱਲ ਮੁਕਤੀ ਨਹੀਂ ਦੇ ਸਕਦਾ, ਤੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਨੂੰ ਸਪਰਸ਼ ਕੀਤਿਆਂ ਮੁਕਤੀ ਦਾ ਦਾਨ ਪ੍ਰਾਪਤ ਹੋ ਜਾਂਦਾ। ਗੁਰੂ ਅੰਗਦ ਸਾਹਿਬ ਦੇ ਚਰਨਾਂ ਦੀ ਇਹ ਵਿਸ਼ੇਸ਼ਤਾ, ਭਾਵੇਂ ਕਮਲ ਦੇ ਫੁੱਲ ਵਰਗੇ ਕਹਿ ਲੋ, ਉਪਮਾ ਦੇ ਲੋ ਕਮਲ ਦੇ ਫੁੱਲਾਂ ਸਮਾਨ, ਨਰਲੇਪ ਨੇ, ਉੱਚੇ ਵੀ ਨੇ, ਖਿੜੇ ਵੀ ਹੋਏ ਨੇ, ਪਰ ਕਮਲ ਦੇ ਫੁੱਲ ਨਾਲੋਂ ਵੱਧ ਵਿਸ਼ੇਸ਼ਤਾ ਇਹ ਹੈ ਗੁਰੂ ਅੰਗਦ ਸਾਹਿਬ ਦੇ ਚਰਨ ਕਮਲਾਂ ਦੀ, ਕਿ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਮੁਕਤੀਆਂ ਪ੍ਰਾਪਤ ਹੁੰਦੀਆਂ, ਜੁਗਤੀਆਂ ਪ੍ਰਾਪਤ ਹੁੰਦੀਆਂ, ਗਿਆਨ ਪ੍ਰਾਪਤ ਹੁੰਦਾ ਹੈ। ਇਸ਼ਟ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਮੰਗਲ ਦੋਹਰਾ। ਸ਼੍ਰੀ ਸਤਿਗੁਰ ਬਰ ਅਮਰ ਜੀ, ਸ਼ਰਨ ਨਰਨ ਦੁਖ ਹਰਨ। ਹੁਣ ਧੰਨ ਗੁਰੂ ਅਮਰਦਾਸ ਸਾਹਿਬ ਜੀ ਤੀਸਰੇ ਗੁਰਦੇਵ ਦਾ ਮੰਗਲ ਕਰਦੇ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਸ੍ਰੀ ਸਤਿਗੁਰ ਬਰ ਅਮਰ ਜੀ, ਗੁਰੂ ਅਮਰਦਾਸ ਸਾਹਿਬ ਬਰ ਸ੍ਰੇਸ਼ਟ ਨੇ। ਸ਼ਰਨ ਨਰਨ ਦੁਖ ਹਰਨ। ਵੇਖੋ, ਸ਼ਰਨ
ਨਰਨ ਦੁਖ ਹਰਨ, ਇੱਕੋ ਜਿਹੇ ਸ਼ਬਦ ਵਰਤਦੇ ਭਾਈ ਸੰਤੋਖ ਸਿੰਘ। ਇਹਨੂੰ ਕਹਿੰਦੇ ਸਿੰਘਾ ਅਵਲੋਕਨ ਨਿਆਏ। ਸ਼ੇਰ ਜਦੋਂ ਸ਼ਿਕਾਰ ਕਰਕੇ ਜਾਂਦਾ ਨਾ ਤੇ ਮੁੜ ਮੁੜ ਕੇ ਪਿੱਛੇ ਆਪਣੇ ਸ਼ਿਕਾਰ ਵੱਲ ਵੇਖਦਾ, ਥੋੜਾ ਜਿਹਾ ਟੁਰਦਾ ਫਿਰ ਪਿੱਛੇ। ਕਵਿਤਾ ਦੇ ਵਿੱਚ ਵੀ ਸਿੰਘਾ ਅਵਲੋਕਨ ਨਿਆਏ ਵਰਤਿਆ ਜਾਂਦਾ, ਵੀ ਜਿਹੜਾ ਅੱਖਰ ਪਿੱਛੇ ਲਿਖਿਆ ਉਹੀ ਅੱਗੇ ਲਿਖਣਾ। ਸਰਨ ਨਰਨ, ਪਿੱਛੇ ਨੰਨਾ ਅੱਖਰ ਆਇਆ ਨਾ, ਫਿਰ ਅਗਲੇ ਚ ਨਰਨ ਹਰਨ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਜਿਹੜੇ ਤੁਹਾਡੀ ਸ਼ਰਨ ਚ ਆਉਂਦੇ ਐ ਉਹਨਾਂ ਨਰਾਂ ਦੇ ਤੁਸੀਂ ਦੁੱਖ ਹਰ ਲੈਂਦੇ ਹੋ। ਜੇ ਵਿਧਵਾ ਮਾਈ ਨੇ ਪੁਕਾਰ ਕੀਤੀ ਸਵੇਰੇ ਸਵੇਰੇ ਅੰਮ੍ਰਿਤ ਵੇਲੇ, ਮਹਾਰਾਜ ਜੀ ਬੱਲੂ ਨੂੰ ਕਹਿੰਦੇ, ਭਾਈ ਬੱਲੂ ਵੇਖ ਬਾਹਰ ਮਾਈ ਕਿਉਂ ਰੋਂਦੀ ਜੇ? ਪੁੱਛਿਆ, ਮਾਈ ਕਹਿੰਦੀ ਇੱਕੋ ਇੱਕ ਪੁੱਤਰ ਸੀ, ਤਈਏ ਨਾਲ ਸ਼ਾਂਤ ਹੋ ਗਿਆ, ਮੈਂ ਕਿਹਦੇ ਆਸਰੇ ਜੀਵਾਂਗੀ। ਮਹਾਰਾਜ ਜੀ ਕਹਿੰਦੇ, ਭਾਈ ਉਹਨੂੰ ਕੋ ਹੌਸਲਾ ਕਰੇ, ਅੰਮ੍ਰਿਤ ਵੇਲਾ ਭਜਨ ਕਰੇ, ਦਿਨ ਚੜੇ ਕਰਾਂਗੇ ਵਿਚਾਰ। ਦਿਨ ਚੜਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਗਏ, ਚਰਨ ਛੁਆਇਆ ਉਹਦੇ ਮਸਤਕ ਨਾਲ, ਉੱਠ ਕੇ ਸੁਰਜੀਤ ਹੋ ਕੇ ਬਹਿ ਗਿਆ। ਤਈਏ ਤਾਪ ਨੂੰ ਪਕੜ ਕੇ ਕੈਦ ਕਰਕੇ ਯਮਰਾਜ ਨੂੰ ਹੁਕਮ ਕੀਤਾ, ਜਦੋਂ ਤੱਕ ਅਸੀਂ ਇਸ ਨਗਰ ਗੋਇੰਦਵਾਲ ਸਾਹਿਬ ਵਿੱਚ ਬਿਰਾਜਮਾਨ ਆ, ਤੇਰੇ ਦੂਤ ਇੱਥੇ ਨਹੀਂ ਹੋਣੇ ਚਾਹੀਦੇ। ਏਡੇ ਦਿਆਲੂ ਨੇ ਸਤਿਗੁਰੂ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ। ਸ਼ਰਨ ਨਰਨ ਦੁਖ ਹਰਨ, ਜਿਹੜਾ ਸ਼ਰਨ ਚ ਆ ਜਾਂਦਾ ਉਹਦੇ ਦੁੱਖ ਹਰ ਲੈਂਦੇ ਹਨ। ਕਾਰਨ ਕਰਨ ਸੁਜਾਨ ਮਨ, ਨਮਸਕਾਰ ਤਿੰਨ ਚਰਨ। ਕਾਰਨਾਂ ਨੂੰ ਕਰਕੇ ਵੀ ਅਕਰ ਨੇ ਮਹਾਰਾਜ, ਕਾਰਨਾਂ ਦੇ ਕਰਨ ਵਾਲੇ ਹੋ ਕੇ ਵੀ ਅਕਰ ਨੇ। ਐਸੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਮੇਰੀ ਨਮਸਕਾਰ ਹੈ। ਕਬਿਤ ਰਜਨੀ ਅਵਿਦਿਆ ਸਰ, ਭ੍ਰਮ ਸੋਤੇ ਮਰ ਹਰ। ਕਹਿੰਦੇ ਜਿਵੇਂ ਸੂਰਜ ਦਾ ਅਲੰਕਾਰ ਬੰਨਦੇ, ਸੂਰਜ ਕੀ ਕਰਦਾ? ਰਾਤ ਨੂੰ ਦੂਰ ਕਰਕੇ ਚਾਨਣਾ ਕਰਦਾ। ਕਹਿੰਦੇ ਗੁਰੂ ਅਮਰਦਾਸ ਸਾਹਿਬ ਦੇ ਜਿਹੜੇ ਦਰਸ਼ਨ ਨੇ ਉਹ ਸੂਰਜ ਵਾਂਗੂ ਕਹਿ ਲਈਏ। ਜਿਹੜੇ ਦਰਸ਼ਨ ਕਰਦੇ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ, ਉਹਨਾਂ ਅੰਦਰੋਂ ਅਵਿਦਿਆ ਦੀ ਹਨੇਰੀ ਰਾਤ ਚਲੀ ਜਾਂਦੀ ਹੈ। ਭਰਮ ਸੋਤੇ ਮਰ ਹਰ, ਜਿਹੜਾ ਭਰਮ ਦਾ ਹਨੇਰਾ ਛਾਇਆ ਹੁੰਦਾ, ਗੁਰੂ ਅਮਰਦਾਸ ਸਾਹਿਬ ਰੂਪੀ ਸੂਰਜ ਦੇ ਦਰਸ਼ਨ ਕਰਕੇ ਉਹ ਭਰਮ ਦਾ ਤਿਮਰ ਹਨੇਰਾ ਹਰਿਆ ਜਾਂਦਾ, ਦੂਰ ਹੋ ਜਾਂਦਾ ਹੈ। ਕੋਕ ਸੇ ਕਿੰਕਰ ਬਾਰ ਕੀਨੇ ਬਿਰਹੋ ਚੀਨ ਹੈ। ਜਦੋਂ ਸੂਰਜ ਚੜ੍ਹਦਾ ਸਾਰੀ ਰਾਤ ਦੇ ਵਿਛੜੇ ਚੱਕਵੀ ਤੇ ਚੱਕਵੇ ਸਵੇਰੇ ਮਿਲ ਜਾਂਦੇ ਸੂਰਜ ਚੜ੍ਹਦੇ। ਇਉਂ ਜਿਹੜੇ ਵਿਛੜੇ ਹੋਏ ਨੇ ਉਸ ਪਰਮਾਤਮਾ ਤੋਂ, ਆਪਣੇ ਨਿਜ ਸਰੂਪ ਤੋਂ, ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਕੇ ਉਹਨਾਂ ਨੂੰ ਆਪਣੇ ਉਸ ਨਿਜ ਰੂਪ ਦਾ ਵਿਛੋੜਾ ਦੂਰ ਹੋ ਜਾਂਦਾ, ਮਿਲ ਜਾਂਦੇ ਨੇ ਪਰਮਾਤਮਾ ਵਿੱਚ। ਵਿਛੜਨ ਤੋਂ ਵਿਛੋੜਾ ਦੂਰ ਹੋ ਜਾਂਦਾ, ਔਰ ਉਹਨਾਂ ਦੇ ਜਿੰਨੇ ਬਿਰਹੋ ਨੇ, ਵਿਛੋੜੇ ਨੇ, ਉਹ ਛੀਨ ਹੋ ਜਾਂਦੇ, ਦੂਰ ਹੋ ਜਾਂਦੇ ਹਨ। ਮਾਲ ਉੱਡ ਕਲ ਮਲ ਕੰਦਲ ਦੁਰਾਏ ਦਲ। ਆਕਾਸ਼ ਦੇ ਵਿੱਚ ਉੱਡ ਨਾਮ ਹੁੰਦਾ ਤਾਰਿਆਂ ਦਾ, ਉੱਡ ਗਨ, ਉੱਡ, ਇਹ ਤਾਰੇ ਤਾਰਿਆਂ ਦਾ ਵਾਚਕ ਹੈ, ਸ਼ਬਦ ਨਾ ਹੈ। ਸੂਰਜ ਚੜ੍ਹਦਿਆਂ ਜਿਵੇਂ ਆਕਾਸ਼ ਦੇ ਤਾਰੇ, ਇੱਕ ਕੰਦਲੀ ਦਾ ਬੂਟਾ ਹੁੰਦਾ ਨਦੀਆਂ ਦੇ ਕੰਢੇ, ਜਦੋਂ ਸੂਰਜ ਚੜ੍ਹਦਾ ਉਹਦੇ ਪੱਤੇ ਮੁਰਝਾ ਜਾਂਦੇ ਆ। ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਰੂਪੀ ਸੂਰਜ ਦੇ ਦੀਦਾਰ ਕੀਤਿਆਂ ਜਿਤਨੇ ਵੀ ਪਾਪ ਰੂਪੀ ਤਾਰੇ ਨੇ, ਉਹ ਤਾਰੇ ਦੂਰ ਹੋ ਜਾਂਦੇ ਨੇ। ਔਰ ਜਿਹੜੇ ਮਹਾਰਾਜ ਜੀ ਦੇ ਸ੍ਰੇਸ਼ਟ ਕਿੰਕਰ ਵਰ ਨੇ, ਔਰ ਜਿੰਨੇ ਪਾਪ ਕਰਮ ਵਿਸ਼ੇ ਵਿਕਾਰ ਰੂਪੀ ਕੰਦਲ ਨੇ, ਉਹਨਾਂ ਦੇ ਪੱਤੇ ਵੀ ਮੁਰਝਾ ਜਾਂਦੇ, ਯਾਨੀ ਕਿ ਵਿਕਾਰ ਛੱਡ ਜਾਂਦੇ ਨੇ ਉਹਨਾਂ ਨੂੰ, ਜਿਹੜੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਦੇ ਹਨ। ਪਲ ਪਲ ਗਿਆਨ ਸੋ ਪ੍ਰਕਾਸ਼ ਭਵ ਕੀਨ ਹੈ। ਜਿਵੇਂ ਸੂਰਜ ਹੌਲੇ ਹੌਲੇ ਪ੍ਰਕਾਸ਼ ਕਰਦਾ ਸੰਸਾਰ 'ਚ, ਏਦਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਪਲ ਪਲ ਕਰਕੇ ਸੰਸਾਰ ਦੇ ਵਿੱਚ ਗਿਆਨ ਦਾ ਪ੍ਰਕਾਸ਼ ਕੀਤਾ ਹੈ। ਬੇਮੁਖ ਕੁਮਦ ਦੁਖ ਸਨਮੁਖ ਕੰਜ ਸੁਖ। ਜਿਹੜੇ ਬੇਮੁਖ ਨੇ ਉਹ ਏਦਾਂ ਮੁਰਝਾ ਜਾਂਦੇ ਨੇ ਜਿਵੇਂ ਕੁਮੁਦ ਦਾ ਬੂਟਾ ਹੁੰਦਾ, ਫੁੱਲ। ਕੁਮੁਦ ਦਾ ਫੁੱਲ ਹੁੰਦਾ, ਸੂਰਜ ਨੂੰ ਵੇਖ ਕੇ ਮੁਰਝਾ ਜਾਂਦਾ। ਕਮਲ ਦਾ ਫੁੱਲ ਸੂਰਜ ਨੂੰ ਵੇਖ ਕੇ ਖਿੜ। ਜਿਹੜੇ ਬੇਮੁਖ ਨੇ ਗੁਰੂ ਅਮਰਦਾਸ ਸਾਹਿਬ ਤੋਂ,
ਉਹ ਤਾਂ ਗੁਰੂ ਅਮਰਦਾਸ ਸਾਹਿਬ ਰੂਪੀ ਸੂਰਜ ਨੂੰ ਵੇਖ ਕੇ ਮੁਰਝਾ ਗਏ, ਪਰ ਜਿਹੜੇ ਕਮਲ ਦੇ ਫੁੱਲਾਂ ਵਾਂਗੂ ਸਨਮੁਖ ਸੀ ਉਹਨਾਂ ਦੇ ਚਿਹਰੇ ਖਿੜ ਗਏ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਕੇ। ਉਹਨਾਂ ਕਿਹੜਾ ਖਿੜ ਗਿਆ। ਗਤ ਸੋ ਭਗਤ ਨਿਤ ਜਾਣੀ ਹੈ। ਸੂਰਜ ਦੇ ਵਿੱਚ ਇੱਕ ਮਰਿਆਦਾ ਹੈ, ਉਹ ਆਪਣੀ ਮਰਿਆਦਾ ਸਹਿਤ ਚੜ੍ਹਦਾ ਹੈ, ਮਰਿਆਦਾ ਸਹਿਤ ਛਿਪਦਾ ਹੈ। ਉਹ ਆਪਣੀ ਮਰਿਆਦਾ ਤਾਂ ਨਹੀਂ ਜਿਵੇਂ ਮਰਜੀ ਪ੍ਰਕਿਰਤੀ ਚਲਦੀ, ਉਹਨੇ ਆਪਣੀ ਮਰਿਆਦਾ। ਗੁਰੂ ਅਮਰਦਾਸ ਸਾਹਿਬ ਦੀ ਵੀ ਮਰਿਆਦਾ ਹੈ ਕਿ ਆਪਣੇ ਭਗਤਾਂ ਦੇ ਅਧੀਨ ਹੋ ਜਾਂਦੇ ਆ। ਇਹ ਮਰਿਆਦਾ ਗੁਰੂ ਅਮਰਦਾਸ ਸਾਹਿਬ ਦੀ ਹੈ। ਆਪਣੇ ਸਾਰਾ ਜਗਤ ਉਹਨਾਂ ਦੇ ਵੱਸ ਹੈ, ਪਰ ਉਹ ਆਪਣਿਆਂ ਦਾਸਾਂ ਤੇ ਆਪਣਿਆਂ ਭਗਤਾਂ ਦੇ ਵੱਸ ਨੇ। ਇਹ ਮਰਿਆਦਾ ਭਗਤਾਂ ਦੇ ਅਧੀਨ ਹੋ ਜਾਂਦੇ ਹਨ। ਅਮਰ ਦਰਸ ਪਾਨੋ ਲਛਨ ਸਮਾਨ ਸਭ, ਏਕ ਗੁਣ ਅਦਿਕ ਪੈ ਤਪਤ ਬਹੀਨ ਹੈ। ਅਮਰ ਦਰਸ ਭਾਨ ਲਛਨ ਸਮਾਨ ਸਭ, ਏਕ ਗੁਣ ਅਧਿਕ ਪੈ ਤਪਤ ਬਹੀਨ ਹੈ। ਕਹਿੰਦੇ ਸੂਰਜ ਵਿੱਚ ਔਰ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਵਿੱਚ, ਜਦੋਂ ਸੂਰਜ ਦੇ ਵਿੱਚ ਵੇਖੀਏ ਇੱਕ ਸਮਾਨ ਦੋਵਾਂ ਦੇ ਦਰਸ਼ਨ, ਸੂਰਜ ਦੇ ਔਰ ਗੁਰੂ ਅਮਰਦਾਸ ਸਾਹਿਬ ਦੇ, ਪਰ ਸੂਰਜ ਨਾਲੋਂ ਇੱਕ ਵਿਸ਼ੇਸ਼ਤਾ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨਾਂ ਵਿੱਚ ਅਧਿਕ ਹੈ। ਉਹ ਕੀ? ਸੂਰਜ ਦੀ ਰੋਸ਼ਨੀ ਤਪਾਉਂਦੀ ਹੈ ਔਰ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਤਪਦੇ ਹਿਰਦਿਆਂ ਨੂੰ ਠੰਡਾ ਠਾਰ ਕਰਦੇ ਹੈ। ਸਤਿ ਸ੍ਰੀ ਅਕਾਲ। ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਉਹ ਆਪਣੇ ਸੇਵਕਾਂ ਦੇ ਬਲਦੇ ਸੜਦੇ ਤਪਦੇ ਹਿਰਦਿਆਂ ਨੂੰ ਠੰਡਾ ਠਾਰ ਤੇ ਸ਼ੀਤਲ। ਇਹ ਵਿਸ਼ੇਸ਼ਤਾ ਹੈ ਸੂਰਜ ਨਾਲੋਂ ਵੱਧ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨਾਂ ਦੀ। ਤਦੇ ਤੇ ਭੱਟ ਕਹਿੰਦੇ ਆ ਕੀ ਉਪਮਾ ਦੇਈਏ ਮਹਾਰਾਜ ਜੀ। ਸੂਰਜ ਦੀ ਗੱਲ ਕਰੀਏ, ਸੂਰਜ ਵਿੱਚ ਵੀ ਔਗਣ ਹੈ। ਕਮਲ ਦੀ ਗੱਲ ਕਰੀਏ, ਉਹਦੇ ਵਿੱਚ ਵੀ ਔਗਣ ਅੱਗੇ ਆ ਜਾਣੇ ਨੇ, ਉਹਦੇ ਵੀ ਔਗਣ ਦੱਸਦੇ ਅੱਗੇ। ਪਰ ਮਹਾਰਾਜ ਤੁਹਾਡੀ ਉਪਮਾ ਵਿੱਚ ਕੀ ਕਹੀਏ, ਉਪਮਾ ਹੈ ਹੀ ਨਹੀਂ। ਤੇਰੀ ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਏ ਬਣ ਆਵੈ, ਤੇਰੀ ਉਪਮਾ ਤੋਏ ਬਣ ਆਵੈ, ਤੇਰੀ ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਏ ਬਣ ਆਵੈ, ਤੇਰੀ ਉਪਮਾ ਤੋਏ ਬਣ ਆਵੈ। ਮਹਾਰਾਜ ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ। ਇਸ਼ਟ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਮੰਗਲ ਦੋਹਰਾ, ਰਾਮਦਾਸ ਸੁਖ ਰਾਸ ਪ੍ਰਭ ਸੇਵਕ ਤਰਾਸ ਬਿਦਾਰ। ਜਗਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੁੱਖਾਂ ਦੇ ਦਾਤੇ ਨੇ। ਗੁਰੂ ਰਾਮਦਾਸ ਸਾਹਿਬ ਸੁਖ ਰਾਸ ਸੁੱਖਾਂ ਦੇ ਦਾਤੇ ਨੇ। ਪ੍ਰਭ ਸੇਵਕ ਤਰਾਸ ਬਿਧਾਰ, ਜਿਹੜੇ ਮਹਾਰਾਜ ਜੀ ਦੇ ਸੇਵਕ ਨੇ ਉਹਨਾਂ ਦੇ ਡਰ ਗੁਰੂ ਰਾਮਦਾਸ ਸਾਹਿਬ ਦੂਰ ਕਰ ਦਿੰਦੇ ਆ। ਆ 22 ਤਰੀਕ ਨੂੰ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਪ੍ਰਕਾਸ਼ ਪੁਰਬ ਦਿਹਾੜਾ ਆ ਰਿਹਾ ਹੈ। ਸੋਢੀ ਸੁਲਤਾਨ ਪਾਤਸ਼ਾਹ ਦਾ ਆਪਣਿਆਂ ਸੇਵਕਾਂ ਦੇ ਤਰਾਸ ਡਰ ਸਤਿਗੁਰੂ ਜੀ ਦੂਰ ਕਰਦੇ ਹਨ। ਪਗ ਪਰ ਮੁਰ ਪਰਣਾਮ ਹੈ, ਪਰਨਾ ਸਰਨ ਵਿਚਾਰ। ਐਸੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਦਾ ਸ਼ਰਨ ਦਾ ਆਸਰਾ ਵਿਚਾਰ ਕੇ ਮੈਂ ਆਪਣੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਤੇ ਪ੍ਰਣਾਮ ਕਰਦਾ ਹਾਂ, ਨਮਸਕਾਰ ਕਰਦਾ ਹਾਂ। ਹੇ ਸੋਢੀਆਂ ਦੀ ਕੁਲ ਦੇ ਸਿਰਮੌਰ ਜਗਤ ਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਚਰਨਾਂ ਤੇ ਮੇਰੀ ਪ੍ਰਣਾਮ ਹੈ। ਕਬਿਤ ਭੁਖ ਕਰ ਪਰੇ, ਭੁਖ ਕਰ ਜਿਉ। ਖਾਲਸਾ ਜੀ ਜਿਹੜਾ ਇੱਥੇ ਭੁਖ ਕਰ ਸ਼ਬਦ ਆਇਆ ਨਾ, ਇਹਦੇ ਵਿਦਵਾਨਾਂ ਨੇ ਅਨੇਕਾਂ ਹੀ ਅਰਥ ਕੀਤੇ ਹੈ। ਭੁਖ ਕਰ ਸਰੋਵਰ ਨੂੰ ਵੀ ਕਹਿੰਦੇ, ਭੁਖ ਕਰ ਕਮਲ ਦੇ ਫੁੱਲ ਨੂੰ ਵੀ ਕਹਿੰਦੇ ਆ, ਭੁਖ ਕਰ ਅਗਨੀ ਨੂੰ ਵੀ ਕਹਿੰਦੇ, ਭੁਖ ਕਰ ਗਧੇ ਨੂੰ ਵੀ ਕਹਿ ਦਿੰਦੇ ਆ,
ਭੁੱਖ ਕਰ ਸਰਪ ਨੂੰ ਵੀ ਕਹਿ, ਇੱਕੋ ਸ਼ਬਦ ਦੇ ਕਈ ਅਰਥ ਨੇ। ਭਾਈ ਸਾਹਿਬ ਨੇ ਇੱਥੇ ਉਹ ਸ਼ਬਦ ਵਰਤੇ ਨੇ। ਕਮਲ ਦੇ ਫੁੱਲ ਦੀ ਗੱਲ ਹੋ ਰਹੀ ਹੈ। ਕਹਿ ਦਿੰਦੇ ਆ ਮਹਾਰਾਜ ਤੁਹਾਡੇ ਚਰਨ ਕਮਲ ਵਾਂਗੂ ਨੇ, ਪਰ ਭਾਈ ਸਾਹਿਬ ਕਹਿੰਦੇ ਕਮਲ ਵਾਂਗੂ ਕਿਵੇਂ ਕਵਾਂ ਮੈਂ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਭੁੱਖ ਕਰ ਭਰੇ ਭੁੱਖ ਕਰ ਜਯੋ। ਜਦੋਂ ਸਰੋਵਰ ਤਾਲ ਭਰਿਆ ਹੁੰਦਾ, ਤਲਾਬ ਭਰੇ ਹੋਏ ਤਲਾਬ ਦੇ ਵਿੱਚ ਕਮਲ ਦਾ ਫੁੱਲ ਜਯੋ ਪੈਦਾ ਹੁੰਦਾ, ਪਾਣੀ ਦੇ ਵਿੱਚ ਭਰੇ ਹੋਏ ਉਹਦੇ ਵਿੱਚ ਪੈਦਾ ਹੁੰਦਾ। ਹਾਂਜੀ। ਪੇਖ ਕਰ ਸਸੀ ਕਰ ਦੁੱਤਹੀਨ ਹੈ। ਜਦੋਂ ਉਹ ਕਮਲ ਜੰਮਦਾ ਹੈ ਨਾ, ਉਗਦਾ ਹੈ ਪਾਣੀ ਦੇ ਵਿੱਚ, ਜਦੋਂ ਚੰਦਰਮਾ ਨੂੰ ਵੇਖਦਾ ਹੈ, ਸਾਰਾ ਦਿਨ ਤੇ ਨਹੀਂ ਖਿੜਿਆ ਰਹਿੰਦਾ ਉਹ, ਜਦੋਂ ਪੇਖ ਕਰ ਸਸੀ ਕਰ ਕਹਿੰਦੇ ਚੰਨ ਨੂੰ ਪੇਖ ਕਰ ਵੇਖ ਕੇ ਕਰੈ ਦੁੱਤਹੀਨ ਹੈ, ਉਹਦੀ ਵਿਚਾਰੇ ਦੀ ਦੁਤੀ ਹੀਣ ਹੋ ਜਾਂਦੀ, ਮੁਰਝਾ ਜਾਂਦਾ, ਪੰਖੜੀਆਂ ਮਿਚ ਜਾਂਦੀਆਂ। ਪਰ ਹੇ ਗੁਰੂ ਰਾਮਦਾਸ ਸਾਹਿਬ, ਤੁਹਾਡੇ ਚਰਨ ਤਾਂ ਹਮੇਸ਼ਾ ਖੇੜੇ 'ਚ ਖਿੜੇ ਰਹਿੰਦੇ ਆ, ਮੈਂ ਕਿਵੇਂ ਕਵਾਂ ਕਿ ਕਮਲ ਦੇ ਫੁੱਲ ਵਾਂਗੂ ਨੇ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਵੇਂ ਆਖਾਂ? ਕਮਲ ਦੇ ਫੁੱਲ 'ਚ ਤਾਂ ਇਹ ਖਾਮੀ ਹੈ। ਉਹ ਪਾਣੀ ਦੇ ਭਰੇ ਤਲਾਬ ਦੇ ਵਿੱਚੋਂ ਪੈਦਾ ਹੁੰਦਾ ਹੈ ਤੇ ਚੰਦਰਮਾ ਨੂੰ ਵੇਖ ਕੇ ਉਹਦੀ ਜਿਹੜੀ ਦੁਤੀ ਹੈ, ਕ੍ਰਾਂਤੀ ਹੈ, ਉਹ ਹੀਣ ਹੋ ਜਾਂਦੀ ਹੈ। ਭੁੱਖ ਕਰਹੀਨ ਦਿਨ ਕਰ ਛੀਨ ਤਿਸ। ਕਹਿੰਦੇ ਭੁੱਖ ਕਰਹੀਨ, ਜਦੋਂ ਪਾਣੀ ਤਲਾਬ ਦੇ ਵਿੱਚ ਘਟ ਜਾਏ, ਪਾਣੀ ਘਟ ਜਾਂਦਾ ਨਾ ਤਲਾਬ 'ਚ, ਉਦੋਂ ਜਿਹੜਾ ਸੂਰਜ ਹੈ, ਦਿਨ ਕਰ ਕਹਿੰਦੇ ਨੇ ਸੂਰਜ ਨੂੰ, ਉਹ ਜਿਸ ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਖਿੜਦਾ ਸੀ, ਜਦੋਂ ਤਲਾਬ 'ਚ ਪਾਣੀ ਘਟ ਜਾਂਦਾ, ਉਹੀ ਸੂਰਜ ਉਸ ਕਮਲ ਦੇ ਫੁੱਲ ਨੂੰ ਸਾੜ ਕੇ ਸੁਆਹ ਕਰਨਾ ਸ਼ੁਰੂ ਕਰ ਦਿੰਦਾ। ਭੁੱਖ ਕਰਹੀਨ ਦਿਨ ਕਰੇ ਛੀਨ ਤਿਸ। ਦਿਨ ਕਰ ਉਹਨੂੰ, ਉਹੀ ਜਿਹੜੇ ਸੂਰਜ ਨੂੰ ਵੇਖ ਕੇ ਖਿੜਦਾ ਜਦੋਂ ਪਾਣੀ ਘਟਦਾ, ਜੇਠ ਹਾੜ ਦੇ ਦਿਨਾਂ ਵਿੱਚ ਪਾਣੀ ਘਟਦਾ ਵੀ ਹੈ ਨਾ ਤਲਾਬਾਂ 'ਚ, ਉਹੀ ਸੂਰਜ ਫਿਰ ਉਸ ਕਮਲ ਦੇ ਫੁੱਲ ਨੂੰ ਸਾੜ ਵੀ ਦਿੰਦਾ। ਹਾਂਜੀ। ਖਰ ਤਾਰੀ ਦੇਹ ਪਰ ਜਾਂ ਤੇ ਸੋ ਮਲੀਨ ਹੈ। ਫਿਰ ਕਹਿੰਦੇ ਉਹਦੀ ਜਿਹੜੀ ਨਾਲੀ ਹੁੰਦੀ ਹੈ ਨਾ ਥੱਲੇ ਕਮਲ ਦੇ ਫੁੱਲ, ਜਿਹਦੇ ਵਿੱਚ ਉੱਤੇ ਜਾ ਕੇ ਖਿੜਿਆ ਹੁੰਦਾ, ਥੱਲੇ ਜਿਹੜੀ ਨਾਲ ਥੱਲੇ ਪਾਣੀ, ਉਹਦੇ ਉੱਤੇ ਨਿੱਕੇ ਨਿੱਕੇ ਬਰੀਕ ਜੇ ਕੰਡੇ ਹੁੰਦੇ, ਖਰ ਤਾਰੀ ਖਰਵੇ ਹੁੰਦੇ, ਉਹ ਸਾਰੀ ਜਿਹੜੀ ਨਾਲੀ ਥੱਲੇ ਤੱਕ ਹੁੰਦੀ ਚਿੱਕੜ ਨਾਲ ਭਰੀ ਰਹਿੰਦੀ ਹੈ, ਖਰਬੀ ਹੋਣ ਕਰਕੇ ਮਲੀਨ ਹੁੰਦੀ ਹੈ। ਮੈਂ ਕਿਵੇਂ ਆਖਾਂ ਹੇ ਗੁਰੂ ਰਾਮਦਾਸ ਸਾਹਿਬ ਕਿ ਤੁਹਾਡੇ ਚਰਨ ਕਮਲ ਫੁੱਲ ਵਾਂਗੂ ਨੇ, ਉਹ ਤਾਂ ਮਲੀਨ ਹੈ ਉਹਦੀ ਨਾਲੀ ਜਿੱਥੋਂ ਪੈਦਾ ਹੋਇਆ। ਪਰ ਮੇਰੇ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਚਰਨ ਤਾਂ ਨਿਰਮਲ ਹਨ, ਨਿਰਮਲ ਪਵਿੱਤਰ। ਮੈਂ ਕਿਵੇਂ ਉਦਾਹਰਣ ਦਿਆਂ, ਕਿਵੇਂ ਉਪਮਾ ਦਿਆਂ ਕਮਲ ਦੇ ਫੁੱਲ ਦੀ? ਹਾਂਜੀ। ਸੁਖ ਮਾਨੇ ਹਾਰ ਪੂਰ ਦਾਹਿਤ ਅਪਾਰਿਆਨ। ਜਦੋਂ ਕਮਲ ਦੇ ਫੁੱਲ ਦੇ ਉੱਤੇ ਜਿਹੜਾ ਸੁਖਮਾ ਕਹਿੰਦੇ ਨੇ, ਪਰਾਗ ਨਹੀਂ ਹੁੰਦਾ, ਬਰੀਕ ਜਿਹਾ, ਭੌਰੇ ਕੀ ਹੁੰਦੇ, ਉਹਦੇ ਤੇ ਆ ਕੇ ਨਾ ਉਹਦੇ ਪਰਾਗ ਨੂੰ ਪਾਸੇ ਕਰਦੇ, ਤੈਨੂੰ ਹੋਰ ਸਾੜਦੇ ਆ। ਕਮਲ ਦਾ ਫੁੱਲ ਖੁਸ਼ ਨਹੀਂ ਹੁੰਦਾ ਭੌਰਿਆਂ ਨਾਲ, ਉਹਦੇ ਪਰਾਗ ਨੂੰ ਜਦੋਂ ਪਾਸੇ ਕਰਦੇ ਆ, ਖਾਂਦੇ ਆ ਜਾਂ ਉਹਦੀ ਸੁਗੰਧੀ ਲੈਂਦੇ ਆ, ਤੇ ਪਾਸੇ ਕਰਕੇ ਉਸ ਕਮਲ ਦੇ ਫੁੱਲ ਨੂੰ ਉਹ ਸਾੜਦੇ ਹਨ। ਜਾਰਤ ਤੁਖਾਰ ਇਤੇ ਔਗਨ ਅਧੀਨ ਹੈ। ਸੂਰਜ ਦੀ ਤਪਸ਼ ਨਾਲ ਸੜਨ ਲੱਗ ਪੈਂਦਾ, ਕਦੇ ਭੌਰਿਆਂ ਦੇ ਪਰਾਗ ਖਾਣ ਨਾਲ ਸੜਨ ਲੱਗ ਪੈਂਦਾ। ਫੇਰ ਸਰਦੀ ਪਵੇ ਤੇ ਸਰਦੀ ਦੇ ਨਾਲ ਵੀ ਕਮਲ ਦਾ ਫੁੱਲ ਸੜ ਜਾਂਦਾ, ਸੁੱਕ ਜਾਂਦਾ। ਕਹਿੰਦੇ ਇੰਨੇ ਤੇ ਔਗਣ ਨੇ ਕਮਲ ਦੇ ਫੁੱਲ ਵਿੱਚ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਕਮਲ ਦੇ ਫੁੱਲ ਦੀ ਨਾਲ ਮੈਲੀ, ਫਿਰ ਉਹ ਸੂਰਜ ਨਾਲ ਵੀ ਕਦੇ ਤਪਣ ਲੱਗ ਪੈਂਦਾ ਹੈ। ਫਿਰ ਭੌਰਿਆਂ ਨੂੰ ਆ ਕੇ ਜਦੋਂ ਉਹਨੂੰ ਖਾਂਦੇ ਆ ਉੱਤੋਂ, ਫਿਰ ਸੜਦਾ ਹੈ। ਤੁਖਾਰ ਬਰਫ਼ ਦੇ ਨਾਲ, ਸਰਦੀ ਦੇ ਨਾਲ ਸੜਦਾ। ਇੰਨੇ ਤਾਂ ਕਹਿੰਦੇ ਔਗਣ ਨੇ ਕਮਲ ਦੇ ਫੁੱਲ 'ਚ, ਇੰਨੇ ਔਗਣ ਉਹਦੇ ਅਧੀਨ ਹਨ। ਸਤਿਗੁਰ ਰਾਮਦਾਸ ਚਰਨ ਮੁਕਤ ਦੇਤ। ਪਰ ਮੇਰੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੇ ਚਰਨ ਮੁਕਤੀ ਦੇਣ ਵਾਲੇ ਮੁਕਤੀ ਦਾਤਾ ਹਨ। ਸਤਿ ਸ੍ਰੀ ਅਕਾਲ। ਉਪਮਾ ਕਮਲ ਕੀ ਨਾ ਬਨੇ ਬਿਦਹੀਨ ਹੈ। ਇਸ ਕਰਕੇ ਮੈਂ ਕਮਲ ਦੇ ਫੁੱਲ ਦੀ ਉਪਮਾ ਨਹੀਂ ਦੇ ਸਕਦਾ। ਜੇ ਮੈਂ ਕਮਲ ਦੇ ਫੁੱਲ ਦੀ ਉਪਮਾ ਦਿਆਂ
ਤੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦੀ ਤੋਹੀਨ ਹੋਵੇਗੀ, ਕਿਉਂਕਿ ਕਮਲ ਦੇ ਫੁੱਲ 'ਚ ਇੰਨੇ ਔਗਣ ਨੇ ਜਿਹੜੇ ਉੱਪਰ ਦੱਸੇ ਨੇ। ਮੇਰੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੇ ਚਰਨ ਤਾਂ ਮੁਕਤੀ, ਗਿਆਨ, ਧਰਮ, ਅਰਥ, ਕਾਮ, ਮੋਕਸ਼ ਚੌਂ ਪਦਾਰਥਾਂ ਦੇ ਦਾਤੇ ਨੇ। ਐਸੇ ਸਤਿਗੁਰੂ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਦੇ ਪਵਿੱਤਰ ਚਰਨਾਂ ਤੇ ਮੇਰੀ ਬਾਰੰਬਾਰ ਪ੍ਰਣਾਮ ਹੈ, ਨਮਸਕਾਰ ਹੈ। ਮੰਗਲਾ ਚਰਨ ਅੱਗੇ ਹੋਰ ਚੱਲਣਗੇ ਕੁਝ ਸਮੇਂ ਲਈ ਅੱਗੇ। ਗੁਰੂ ਸਾਹਿਬ ਕਿਰਪਾ ਕਰਨ, ਆਪ ਕਰਵਾਉਣ ਆਪਣੀ ਕਥਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ, ਬੇਨਤੀ ਹੈ, ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸਮਾਣਾ ਸ਼ਹਿਰ ਵਿਖੇ 11 ਨਵੰਬਰ ਨੂੰ ਅਗਲੇ ਮਹੀਨੇ ਸਮਾਣਾ ਫਤਿਹ ਦਿਵਸ ਮਨਾਇਆ ਜਾ ਰਿਹਾ ਹੈ। ਇਹ ਉਹ ਦਿਨ ਹੈ 11 ਨਵੰਬਰ 1709 ਈਸਵੀ ਨੂੰ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਮਾਣੇ ਤੇ ਫਤਿਹ ਪ੍ਰਾਪਤ ਕੀਤੀ ਔਰ ਭਾਈ ਫਤਿਹ ਸਿੰਘ ਜੀ ਨੂੰ ਇੱਥੋਂ ਦਾ ਗਵਰਨਰ ਥਾਪਿਆ ਸੀ। ਸਮਾਣਾ ਉਹ ਸ਼ਹਿਰ ਹੈ ਜਿੱਥੇ ਜਲਾਦ ਰਹਿੰਦੇ ਸੀ, ਸੈਯਦ ਜਲਾਲੂਦੀਨ ਵਰਗੇ, ਜਿਨ੍ਹਾਂ 9ਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ। ਜਾਨੀ ਖਾਂ, ਮਾਨੀ ਖਾਂ ਵਰਗੇ ਰੰਗੜ, ਜਿਨ੍ਹਾਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ। ਇਸ ਸਮਾਣੇ ਦੇ ਉੱਤੇ ਬੜੀ ਵੱਡੀ ਖਾਲਸੇ ਦੀ ਕਰੂਰ ਭਰੀ ਦ੍ਰਿਸ਼ਟੀ ਸੀ ਵੀ ਇੱਥੇ ਮਲੇਛ ਰਹਿੰਦੇ, ਇਹਨਾਂ ਨੂੰ ਸੋਧਾ ਲਾਉਣਾ। ਤੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਦੋਂ ਇੱਥੇ ਹੱਲਾ ਬੋਲਿਆ, ਸਮਾਣੇ ਤੇ ਫਤਿਹ ਪ੍ਰਾਪਤ ਕੀਤੀ। ਉਹ ਸਮਾਣਾ ਫਤਿਹ ਦਿਵਸ 11 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਵੱਲੋਂ ਉਹਦੇ ਸਬੰਧ ਵਿੱਚ ਕੁਝ ਸਮਾਗਮਾਂ ਦੀਆਂ ਲੜੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਹਨ। 23 ਅਕਤੂਬਰ ਨੂੰ ਆਉਣ ਵਾਲੇ ਦਿਨਾਂ ਵਿੱਚ, ਅੱਜ 18 ਅਕਤੂਬਰ ਹੈ, 23 ਅਕਤੂਬਰ ਨੂੰ 9ਵੇਂ ਪਾਤਸ਼ਾਹ ਦਾ ਪਾਵਨ ਇਤਿਹਾਸਕ ਸਥਾਨ ਹੈ ਗੁਰਦੁਆਰਾ ਥੜਾ ਸਾਹਿਬ, ਜਿੱਥੇ ਸਾਹਿਬ ਨੇ ਚਰਨ ਪਾਏ 9ਵੇਂ ਗੁਰਦੇਵ ਨੇ ਸਮਾਣੇ ਸ਼ਹਿਰ 'ਚ। ਉੱਥੇ ਇੱਕ ਨਾਟਕ ਸ਼ਾਮ ਦੇ ਸਮੇਂ ਕੀਤਾ ਜਾ ਰਿਹਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਤੇ। ਜਿਹੜੇ ਮਾਈ ਭਾਈ ਜਾਣਾ ਚਾਹੁੰਦੇ, ਉੱਥੇ ਭਾਈ ਜਿਹੜੇ ਸਮਾਣੇ ਦੇ ਇਲਾਕੇ ਦੀਆਂ ਸੰਗਤਾਂ ਟੀਵੀ ਰਾਹੀਂ ਸੁਣ ਰਹੀਆਂ ਨੇ ਕਥਾ, ਸਭ ਨੂੰ ਬੇਨਤੀ ਹੈ, ਜਿਹੜੇ ਇੱਥੋਂ ਵੀ ਜਾਣਾ ਚਾਹੁੰਦੇ ਆ ਉਹਨਾਂ ਨੂੰ ਲਿਜਾਣ ਵਾਸਤੇ ਪ੍ਰਬੰਧ ਵੀ ਹੋ ਜਾਏਗਾ। ਇਹ ਬੇਨਤੀ ਆਪ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਵਾਨ ਕਰਨੀ ਜੀ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੁਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾਂ ਕੀ ਸਦਾ ਬਬੇਤ ਹੇ ਅਪਰੰਪਰ ਹਰ ਹਰੇ ਹੈ ਪੀਓ ਅਣਹਾਰ ਹੇ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਹੇ